किसान मोर्चे के वल्लों कार्रवाई हुई है, की कार्रवाई की गई है जो जथेबंदियां किसान जथेबंदियां चोण लड़न जा रही हैं? 4 महीने की खातर कोई ये हिस्सा नहीं अपना संयुक्त किसान मोर्चे का जथेबंदियां ना ही मीटिंग च आउण। रिश्ता नाता हैगा ये खत्म है 4 महीने ਲਈ। ਕਿਹੜੇ ਵੱਡੇ ਲੀਡਰ ਜਿਨ੍ਹਾਂ ਤੇ ਪਹਿਲੀ ਵਾਰ ਕਾਰਵਾਈ ਹੋਈ ਹੈ, ਜਿਨ੍ਹਾਂ ਸਮਾਂ ਮੋਰਚਾ ਚੱਲਿਆ? ਉਹਨਾਂ 'ਚ ਪਹਿਲੀ ਵਾਰ ਕਾਰਵਾਈ ਵਾਲਿਆਂ 'ਚ ਸਭ ਤੋਂ ਵੱਡੀ ਚਿਹਰਾ ਤਾਂ ਬਲਬੀਰ ਸਿੰਘ ਰਾਜੇਵਾਲ ਦਾ ਹੈਗਾ। ਕਿਸਾਨ ਜਥੇਬੰਦੀਆਂ ਚੋਣ ਮੈਦਾਨ 'ਚ ਜਿਹੜਾ ਕਹਿੰਦੀਆਂ ਸੀ ਵੀ ਚੜੂਨੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਅਸੀਂ ਪੰਜਾਬ ਦੇ ਵਿੱਚ। ਅਸਲ ਵਿੱਚ ਤੁਹਾਡਾ ਪਹਿਲਾਂ ਤੋਂ ਹੀ ਗੱਲਬਾਤ ਤੁਹਾਡੀ ਚੱਲ ਰਹੀ ਸੀਗੀ, ਆਮ ਆਦਮੀ ਪਾਰਟੀ ਨਾਲ ਵੀ ਅਪ੍ਰੈਲ ਮਈ ਤੋਂ ਤੁਹਾਡੀ ਗੱਲਬਾਤ ਚੱਲ ਰਹੀ ਸੀਗੀ ਤੇ ਤੁਹਾਡੀਆਂ ਤਿਆਰੀਆਂ ਸੀਗੀਆਂ। ਇੱਥੋਂ ਤੱਕ ਕਰਕੇ ਵੀ ਜਿਹੜੇ ਬੀਜੇਪੀ ਦੇ ਲੀਡਰ ਕਹਿ ਰਹੇ ਸੀਗੇ ਵੀ ਮੋਰਚਾ ਇਹਨਾਂ ਵਾਸਤੇ 2 ਨੰਬਰ ਤੇ ਹੈ, 1 ਨੰਬਰ ਤੇ ਹੈਗਾ ਵੀ ਮੋਰਚੇ ਨੂੰ ਵਰਤ ਕੇ ਇਹਨਾਂ ਨੇ ਆਪਣੀ ਜਿਹੜੀ ਲਾਲਸਾ ਹੈਗੀ ਹੈ ਇਹ ਪੂਰੀ ਕਰਨੀ ਹੈ, ਇਹਨਾਂ ਨੇ ਚੋਣਾਂ 'ਚ ਆਉਣਾ। ਅੰਦਰ ਖਾਤੇ ਕੇਜਰੀਵਾਲ ਦੇ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ, ਤੁਹਾਨੂੰ ਲੱਗਦਾ ਵੀ ਹੋਈਆਂ? ਬਿਲਕੁਲ ਜੀ, ਉਹਦੇ 'ਚ ਗਾਹਾਂ ਵੀ ਕਿਹਾ ਜਦੋਂ ਉਹਨਾਂ ਨੇ ਮੀਡੀਆ ਵਾਲਿਆਂ ਨੇ ਪੁੱਛਿਆ ਵੀ ਕੀ ਫਿਰ ਭਾਈ ਜਥੇਬੰਦੀਆਂ ਇਸ ਸਹਿਮਤ ਹੋ ਜਾਣਗੀਆਂ ਚੋਣਾਂ ਵਾਲੀ ਗੱਲ ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਹਿਮਤ ਕਰ ਲਾਂਗੇ। ਉਹਨਾਂ ਨੇ ਕੈਟਾਗਰੀਕਲੀ ਮੇਰਾ ਨਾਂ ਲੈ ਕੇ ਵੀ ਪੁੱਛਿਆ ਵੀ ਸੁਰਜੀਤ ਫੂਲ ਨੂੰ ਸਹਿਮਤ ਕਰ ਲਓਗੇ, ਜੋਗਿੰਦਰ ਗਰਾਹਾਂ ਨੂੰ ਸਹਿਮਤ ਕਰ ਲਓਗੇ, ਤਾਂ ਉਹਨਾਂ ਨੇ ਰਾਜੇਵਾਲ ਸਾਹਿਬ ਨੇ ਕਿਹਾ ਸੀ ਵੀ ਉਹਨਾਂ ਨੂੰ ਸਹਿਮਤ ਕਰ ਲਾਂਗੇ। ਜਦੋਂ ਸਰਕਾਰ ਦੀ ਮੀਟਿੰਗ ਹੁੰਦੀ ਹੈ ਫਿਰ ਤਾਂ ਇਹ ਬਲਬੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ ਨਹੀਂ ਜਾਣਗੇ ਮੀਟਿੰਗ ਦੇ ਵਿੱਚ? ਬਿਲਕੁਲ, ਜਿਹੜਾ 22 ਜਥੇਬੰਦੀਆਂ ਦੇ ਵਿੱਚੋਂ ਸਰਕਾਰ ਨਾਲ ਮੀਟਿੰਗ ਦੀ ਤਾਂ ਦੂਰ ਦੀ ਗੱਲ ਹੈਗੀ ਆ, ਇਹ ਐਸਕੇਐਮ ਦੀਆਂ ਮੀਟਿੰਗਾਂ ਦੇ ਵਿੱਚ ਵੀ ਨਹੀਂ ਜਾਣਗੇ। ਪ੍ਰਧਾਨ ਮੰਤਰੀ ਆਏ ਸੀ ਪੰਜਾਬ, ਪਰ ਰੈਲੀ ਨਹੀਂ ਹੋ ਸਕੀ, ਤੁਹਾਡੀ ਜਥੇਬੰਦੀ ਨੇ ਵਿਰੋਧ ਕੀਤਾ, ਪਰ ਕੁਝ ਲੋਕਾਂ ਦਾ ਮੰਨਣਾ ਕਿ ਪੰਜਾਬ ਦਾ ਨੁਕਸਾਨ ਹੋਇਆ। ਰੋਸ ਕੀਤਾ, ਅਸੀਂ ਰੋਸ ਵਜੋਂ ਵਿਰੋਧ ਕੀਤਾ ਵੀ ਸਾਡੇ ਬੰਦੇ ਲਖੀਮਪੁਰ ਦੇ ਵਿੱਚ ਕਿਉਂ ਚੱਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਸੁਰੱਖਿਆ ਦੇ ਵਿੱਚ ਕੋਈ ਕੋਤਾਹੀ ਹੋਈ ਹੈ ਤੁਹਾਨੂੰ ਲੱਗਦਾ? ਕੋਤਾਹੀ ਕਹਿੰਦੇ ਆ ਵੀ ਸੁਰੱਖਿਆ 'ਚ, ਜਾਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਵੀ ਮਸਾਂ ਬਚ ਕੇ ਆਇਆ ਤਾਂ ਮਸਾਂ ਬਚ ਕੇ ਬਠਿੰਡੇ ਪਹੁੰਚਿਆ, ਉਹ ਸਿਰਫ ਸਾਡੇ ਹਿਸਾਬ ਨਾਲ ਵੀ ਜਿਹੜੀ ਉਹਨਾਂ ਦੀ ਫਲॉप ਹੋ ਗਈ ਰੈਲੀ। ਪਤਾ ਲੱਗ ਗਿਆ ਵੀ ਖਾਲੀ ਕੁਰਸੀਆਂ ਪਈਆਂ, ਉਹਨੂੰ ਕਵਰ ਕਰਨ ਦੀ ਖਾਤਰ ਹੈ ਵੀ ਨਾ ਤਾਂ ਉਹ ਕਵਰ ਹੋ ਜਾਊਗਾ ਵੀ ਉਹਨਾਂ ਤਾਂ ਰੈਲੀ 'ਚ ਜਾਣਾ ਸੀਗਾ, ਕਿਉਂਕਿ ਉਹ ਰੈਲੀ 'ਚ ਲੈਣ ਜਾਂਦਾ ਕੀ ਉੱਥੇ ਉਹਦੀ ਬੇਇੱਜ਼ਤੀ ਨਾ ਹੁੰਦੀ ਜੇ ਰੈਲੀ 'ਚ ਜਾਂਦਾ ਉਹ। ਦਿੱਲੀ ਕਿਸਾਨੀ ਮੋਰਚਾ ਫਤਿਹ ਕਰਨ ਤੋਂ ਬਾਅਦ ਪੰਜਾਬ ਦੀਆਂ 22 ਕਿਸਾਨ ਜਥੇਬੰਦੀਆਂ ਸਿਆਸੀ ਮੈਦਾਨ ਦੇ ਵਿੱਚ ਕੁੱਦ ਚੁੱਕੀਆਂ ਨੇ, ਪੰਜਾਬ ਦੀਆਂ ਚੋਣਾਂ ਲੜਨ ਜਾ ਰਹੀਆਂ ਨੇ। ਬੀਤੀ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਸਾਰੀਆਂ ਕਿਸਾਨ ਜਥੇਬੰਦੀਆਂ ਦੀ। ਇਸ ਦੇ ਵਿੱਚ ਇਹ ਫੈਸਲਾ ਜਿਹੜਾ ਵਿਚਾਰਿਆ ਗਿਆ, ਜੋ ਜਥੇਬੰਦੀਆਂ ਚੋਣਾਂ ਲੜ ਰਹੀਆਂ ਨੇ ਉਹਦੇ ਉੱਪਰ ਵੱਡੀ ਕਾਰਵਾਈ ਕੀਤੀ ਗਿਆ। ਸੰਯੁਕਤ ਕਿਸਾਨ ਮੋਰਚੇ ਨੇ ਕਾਰਵਾਈ ਕਰੀ ਆ ਉਹਨਾਂ 'ਤੇ, ਕਿਉਂਕਿ ਉਹ ਉਸ ਮੋਰਚੇ ਤੋਂ ਉਲਟ ਸੀ। ਸਾਰੀਆਂ ਜਿਹੜੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸੀ, ਇਸ ਕਰਕੇ ਉਹਨਾਂ ਨੂੰ 4 ਮਹੀਨੇ ਦੇ ਲਈ ਜਿਹੜਾ ਮੋਰਚੇ ਤੋਂ ਵੱਖ ਕਰ ਦਿੱਤਾ ਗਿਆ। ਹੁਣ ਉਹ ਸੰਯੁਕਤ ਕਿਸਾਨ ਮੋਰਚੇ ਦਾ 4 ਮਹੀਨੇ ਦੇ ਲਈ ਹਿੱਸਾ ਨਹੀਂ ਹੋਣਗੀਆਂ। ਸਾਡੇ ਨਾਲ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਲੀਡਰ ਨੇ ਸਰਜੀਤ ਸਿੰਘ ਫੂਲ ਤੇ ਬੀਕੇਯੂ ਕ੍ਰਾਂਤੀਕਾਰੀ ਪੰਜਾਬ ਦੇ ਪ੍ਰਧਾਨ ਨੇ ਸਰਜੀਤ ਸਿੰਘ ਫੂਲ। ਗੱਲਬਾਤ ਕਰਦੇ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਫੂਲ ਸਾਹਿਬ, D5 ਤੇ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਫੂਲ ਸਾਹਿਬ, ਤੁਰਦੇ ਤੇ ਜਾਣਿਆਂ ਨਾਲ ਆਪਾਂ ਗੱਲਾਂ ਕਰਦੇ ਹਾਂ। ਜੋ ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਰਵਾਈ ਹੋਈ ਹੈ, ਕੀ ਕਾਰਵਾਈ ਕੀਤੀ ਗਈ ਹੈ ਜੋ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਚੋਣ ਲੜਨ ਜਾ ਰਹੀਆਂ ਨੇ? ਦੇਖੋ ਜੀ, ਜਿਸ ਦਿਨ ਤੋਂ ਹੀ ਇਹਨਾਂ ਨੇ 22 ਕਿਸਾਨ ਜਥੇਬੰਦੀਆਂ ਨੇ ਜੀ ਇਕੱਠੀਆਂ ਹੋ ਕੇ ਸੰਯੁਕਤ ਸਮਾਜ ਮੋਰਚਾ ਬਣਾਇਆ ਸੀ ਚੋਣਾਂ ਲੜਨ ਵਾਸਤੇ, ਉਸ ਦਿਨ ਤੋਂ ਹੀ ਇਹ ਸਵਾਲ ਸੀਗਾ। ਸਾਨੂੰ ਵੀ ਪੁੱਛਦੇ ਸੀ ਮੀਡੀਆ ਵਾਲੇ ਵੀ, ਹੋਰ ਲੋਕ ਵੀ ਹੁਣ ਕੀ ਇਹ ਇਹਨਾਂ ਨੂੰ ਪ੍ਰਤੀ ਰਿਸ਼ਤਾ ਕੀ ਹੋਊਗਾ। ਸੋ ਅਸੀਂ ਇਹੀ ਕਹਿੰਦੇ ਰਹੇ ਹਾਂ ਵੀ ਇਹ ਸਾਨੂੰ ਕੋਈ ਇਕੱਲਿਆਂ ਨੂੰ ਅਧਿਕਾਰ ਨਹੀਂ। ਇਹ ਜਿਹੜਾ ਆਲ ਇੰਡੀਆ ਸੰਯੁਕਤ ਕਿਸਾਨ ਮੋਰਚਾ ਹੈ ਉਹਦੀ ਮੀਟਿੰਗ ਆ ਰਹੀ ਹੈ 15 ਜਨਵਰੀ ਨੂੰ, ਉਹਦੇ ਵਿੱਚ ਏਜੰਡਾ ਲੱਗੂਗਾ। ਉੱਥੇ ਡਿਸਕਸ ਹੋ ਕੇ ਸਾਰਾ ਪੱਖ ਵਿਚਾਰ ਕੇ ਉੱਥੇ ਫੈਸਲਾ ਕੀਤਾ ਜਾਊਗਾ ਵੀ ਇਹਨਾਂ ਨਾਲ ਐਸਕੇਐਮ ਦਾ ਰਿਸ਼ਤਾ ਕੀ ਹੋਵੇ ਜੀ। ਉਹ ਕੱਲ ਬਹੁਤ ਡਿਟੇਲਡ ਡਿਸਕਸ਼ਨ ਤੋਂ ਬਾਅਦ, ਭਰਵੀਂ ਚਰਚਾ ਤੋਂ ਬਾਅਦ ਇਹ ਫੈਸਲਾ ਹੋ ਗਿਆ ਵੀ ਜਿਹੜਾ ਇਹ ਐਸਐਸਐਮ ਬਣਾਇਆ, ਜਿਹੜਾ 22 ਜਥੇਬੰਦੀਆਂ ਨੇ, ਉਹਨਾਂ ਨੇ ਕੋਈ ਰਾਏ ਲੈਣ ਦੀ ਵੀ ਲੋੜ ਨਹੀਂ ਸਮਝੀ ਐਸਕੇਐਮ ਦੇ ਆਗੂਆਂ ਤੋਂ। ਤੇ ਦੂਸਰਾ ਜਿਹੜੀ ਉਹਦੀ ਬੇਸਿਕ ਪਾਲਿਸੀ ਹੈਗੀ ਹੈ ਵੀ ਅਸੀਂ ਐਸਕੇਐਮ ਨੂੰ ਚੋਣਾਂ ਦੇ ਵਿੱਚ ਜਾਂ ਇਹਦੇ ਵਿੱਚ ਸ਼ਾਮਲ ਜਥੇਬੰਦੀਆਂ ਉਹ ਚੋਣਾਂ ਦੀ ਪੋਲਿਟਿਕਸ ਦੇ ਵਿੱਚ ਨਹੀਂ ਆਉਣਗੀਆਂ। ਇਹਨਾਂ ਨੇ ਉਹ ਉਲੰਘਣਾ ਕੀਤੀ ਹੈ। ਇਸ ਕਰਕੇ ਅੱਜ ਤੋਂ ਬਾਅਦ ਇਹਨਾਂ ਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਕੋਈ ਰਿਸ਼ਤਾ ਨਹੀਂ, ਕੋਈ ਹਿੱਸਾ ਨਹੀਂ ਇਹ ਸੰਯੁਕਤ ਇਹ ਜਥੇਬੰਦੀਆਂ ਤੇ ਨਾ ਇਹ ਸੰਯੁਕਤ ਕਿਸਾਨ ਮੋਰਚਾ 4 ਮਹੀਨਿਆਂ ਦੀ ਖਾਤਰ 4 ਮਹੀਨਿਆਂ ਦੀ ਖਾਤਰ ਕੋਈ ਇਹ ਹਿੱਸਾ ਨਹੀਂ ਆਪਣਾ ਸੰਯੁਕਤ ਕਿਸਾਨ ਮੋਰਚੇ ਦਾ। ਇਹ ਜਥੇਬੰਦੀਆਂ ਨਾ ਇਹ ਮੀਟਿੰਗ 'ਚ ਆਉਣ, ਨਾ ਕਿਸੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਇਹ ਬੋਲਣਗੀਆਂ। ਇਹਨਾਂ ਨਾਲ ਨਾਤਾ ਜਿਹੜਾ ਰਿਸ਼ਤਾ ਨਾਤਾ ਹੈਗਾ ਇਹ ਖਤਮ ਹੈ 4 ਮਹੀਨਿਆਂ ਲਈ। 4 ਮਹੀਨਿਆਂ ਤੋਂ ਬਾਅਦ ਦੁਬਾਰਾ ਮੀਟਿੰਗ ਕਰਕੇ ਇਹਨਾਂ ਦਾ ਜਿਹੜਾ ਹੈਗਾ
ਮਸਲਾ ਉਹ ਵਿਚਾਰਿਆ ਜਾਊਗਾ। ਉਹਦੇ ਹਿਸਾਬ ਨਾਲ ਜੇ ਉਹਨਾਂ ਦਾ ਮਤਲਬ ਉਹ ਦੁਬਾਰੇ ਵਿੱਚ ਵੀ ਆ ਸਕਦੀਆਂ ਨੇ ਜਾਂ ਉਹਨਾਂ ਨੂੰ ਗਾਹਾਂ ਵੀ ਟਾਈਮ ਵਧਾਇਆ ਜਾ ਸਕਦਾ। ਫੂਲ ਸਾਹਿਬ, ਕਿਹੜੀਆਂ ਉਹ ਵੱਡੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ, ਕਿਹੜੇ ਵੱਡੇ ਲੀਡਰ ਜਿਨ੍ਹਾਂ ਦੇ ਪਹਿਲੀ ਵਾਰ ਕਾਰਵਾਈ ਹੋਈ, ਜਿੰਨਾ ਸਮਾਂ ਮੋਰਚਾ ਚੱਲਿਆ ਹੈ? ਉਹਨਾਂ 'ਚ ਪਹਿਲੀ ਵਾਰ ਕਾਰਵਾਈ ਵਾਲਿਆਂ 'ਚ ਸਭ ਤੋਂ ਵੱਡੀ ਚਿਹਰਾ ਤਾਂ ਬਲਬੀਰ ਸਿੰਘ ਰਾਜੇਵਾਲ ਦਾ ਹੈਗਾ, ਵੀਕੇਯੂ ਰਾਜੇਵਾਲ ਹੈ। ਤੇ ਦੂਜੇ ਨੰਬਰ ਤੇ ਵੀਕੇਯੂ ਕਾਦੀਆਂ ਆ ਗਈ, ਜਿਨ੍ਹਾਂ ਤੇ ਪਹਿਲੀ ਵਾਰ ਕਾਰਵਾਈ ਹੋਈ ਹੈ। ਤੇ ਇਸ ਤੋਂ ਬਿਨਾਂ ਜਿਹੜੀਆਂ ਕਾਰਵਾਈ 'ਚ ਆਪਣੇ ਜਮਹੂਰੀ ਕਿਸਾਨ ਸਭਾ ਕੁਲਵੰਤ ਸਿੰਘ ਸੰਧੂ ਹੈ, ਜਿਨ੍ਹਾਂ ਦੇ ਆਗੂ ਹੈ, ਉਹ ਆ ਜਾਂਦੇ ਹੈ। ਤੇ ਹੋਰ ਵੱਡੀਆਂ ਜਥੇਬੰਦੀਆਂ ਜਿਨ੍ਹਾਂ 'ਚ ਇਹ ਜਿਹੜੀਆਂ ਕਾਰਵਾਈ 'ਚ ਆਉਂਦੀਆਂ, ਉਹ CPI ਦੀ ਜਿਹੜੀ ਨਾਲ ਐਫੀਲੀਏਟਡ ਹੈ ਜਿਹੜੀ ਜਥੇਬੰਦੀ ਆਲ ਇੰਡੀਆ ਕੁੱਲ ਹਿੰਦ ਕਿਸਾਨ ਸਭਾ, ਉਹ ਆ ਜਾਂਦੇ ਹੈ। ਕੁੱਲ ਮਿਲਾ ਕੇ ਇਹ ਸਮਝ ਲਓ ਵੀ ਇਹ 22 ਜਥੇਬੰਦੀਆਂ ਹੈਗੀਆਂ ਨੇ ਜਿਹੜੀਆਂ ਇਹਦੇ ਵਿੱਚ ਆਉਂਦੀਆਂ ਨੇ। ਗੁਰਨਾਮ ਸਿੰਘ ਚੜੂਨੀ ਤੇ ਵੀ ਕਾਰਵਾਈ ਕੀਤੀ? ਗੁਰਨਾਮ ਸਿੰਘ ਚੜੂਨੀ ਨੇ ਉੱਥੇ ਸਟੇਟਮੈਂਟ ਇਹ ਦਿੱਤੀ ਸੀ ਵੀ ਮੈਨੂੰ ਉਹਦੇ SSM ਦਾ ਮੈਂ ਕੋਈ ਹਿੱਸਾ ਨਹੀਂ ਜੀ। ਦੂਸਰੇ ਪਾਸੇ ਠੀਕ ਹੈ ਵੀ ਮੈਂ ਪੰਜਾਬ ਮਿਸ਼ਨ ਦਾ ਪ੍ਰਚਾਰ ਕੀਤਾ ਤੇ ਮੈਂ ਕੋਈ ਮੈਂ ਕੈਂਡੀਡੇਟ ਨਹੀਂ ਨਾ, ਮੈਂ ਉਹ ਜਿਹੜੀ ਪਾਰਟੀ ਹੈਗੀ ਹੈ ਬਣਾਈ ਹੈ ਪੰਜਾਬ ਦੇ ਲੋਕਾਂ ਨੇ ਮੇਰੀ ਮਤਲਬ ਰਾਏ ਦੇ ਅਨੁਸਾਰ, ਉਹਦੇ ਵਿੱਚ ਮੈਂ ਕੋਈ ਉਹਦਾ ਮੈਂ ਅਹੁਦੇਦਾਰ ਵੀ ਨਹੀਂ, ਨਾ ਮੈਂ ਉਹਦਾ ਕੈਂਡੀਡੇਟ ਹੈ। ਇਸ ਕਰਕੇ ਮੈਂ ਇਸ ਘੇਰੇ 'ਚ ਨਹੀਂ ਆਉਂਦਾ SSM ਵਾਲੇ 'ਚ ਜੀ। ਚੱਲ ਫਿਰ ਉਹਨਾਂ ਨੇ ਇਹ ਕਹਿਤਾ ਸੀਗਾ ਵੀ ਅਜੇ ਤੱਕ ਤਾਂ ਜਦੋਂ ਤੁਸੀਂ ਉਹ ਭਾਵੇਂ ਨਹੀਂ ਹੈਗਾ, ਤੁਸੀਂ ਸਾਰਾ ਉਹਨੂੰ ਗੱਲਬਾਤ ਕਰ ਰਹੇ ਹੋ, ਤੁਸੀਂ ਉਹਨਾਂ ਦੇ ਤੌਰ ਤੇ ਤੁਸੀਂ ਕੈਂਡੀਡੇਟਾਂ ਦੀ ਲਿਸਟ ਜਾਰੀ ਕਰ ਰਹੇ ਹੋ, ਤੁਸੀਂ ਦੂਜੀਆਂ SSM ਨਾਲ ਗੱਲਬਾਤ ਵੀ ਚਲਾ ਰਹੇ ਹੋ। ਇਸ ਕਰਕੇ ਉਹ ਕੋਈ ਬੜਾ ਫਰਕ ਨਹੀਂ ਤੇ ਅਜੇ ਮਤਲਬ ਉਹ ਹੈਗਾ ਠੀਕ ਆ ਵੀ ਜੇ ਤੁਸੀਂ ਉਹਨਾਂ ਦਾ ਤੁਹਾਡਾ ਆਉਣ ਵਾਲਾ ਅਮਲ ਹੋਊਗਾ ਉਹਦੇ ਹਿਸਾਬ ਨਾਲ ਜੇ ਤੁਹਾਡਾ ਕੋਈ ਨਾ ਰਿਸ਼ਤਾ ਹੋਊਗਾ ਇਹਦੇ ਵਿੱਚ ਚੋਣ 'ਚ ਫਿਰ ਵੇਖ ਲਿਆ ਜਾਊਗਾ, ਪਰ ਅਜੇ ਤੱਕ ਤੁਸੀਂ ਵੀ ਉਸੇ ਕੈਟਾਗਰੀ 'ਚ ਹੀ ਆਉਂਦੇ, ਉਸੇ ਕੈਟਾਗਰੀ 'ਚ ਹੀ ਆਉਂਦੇ। ਉਹੀ ਕਿਸਾਨ ਜਥੇਬੰਦੀਆਂ ਚੋਣ ਮੈਦਾਨ 'ਚ ਜਿਹੜਾ ਕਹਿੰਦੀਆਂ ਸੀ ਵੀ ਚੜੂਨੀ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਾਂਗੇ ਅਸੀਂ ਪੰਜਾਬ ਦੇ ਵਿੱਚ, ਇਹੀ ਚੀਜ਼ ਨੇ ਉਹਨਾਂ ਨੂੰ ਕੱਲ ਜਿਹੜਾ ਵੱਡੇ ਹਿੱਸੇ ਦੇ ਵਿੱਚੋਂ ਨਿਖੇੜਿਆ ਵੀ ਤੁਹਾਡੀ ਬਿਲਕੁਲ ਉਹ ਡਬਲ ਪਾਲਿਸੀ ਰਹੀ ਹੈ ਤੁਹਾਡੀ। ਵੀ ਅਸਲ ਵਿੱਚ ਤੁਹਾਡਾ ਪਹਿਲਾਂ ਤੋਂ ਹੀ ਗੱਲਬਾਤ ਤੁਹਾਡੀ ਚੱਲ ਰਹੀ ਸੀਗੀ, ਆਮ ਆਦਮੀ ਪਾਰਟੀ ਨਾਲ ਵੀ ਅਪ੍ਰੈਲ ਮਈ ਤੋਂ ਤੁਹਾਡੀ ਗੱਲਬਾਤ ਚੱਲ ਰਹੀ ਸੀਗੀ ਤੇ ਤੁਹਾਡੀਆਂ ਤਿਆਰੀਆਂ ਸੀਗੀਆਂ। ਇੱਥੋਂ ਤੱਕ ਕਰਕੇ ਵੀ ਜਿਹੜੇ BJP ਦੇ ਲੀਡਰ ਕਹਿ ਰਹੇ ਸੀਗੇ ਵੀ ਮੋਰਚਾ ਇਹਨਾਂ ਵਾਸਤੇ 2 ਨੰਬਰ ਤੇ ਹੈ, 1 ਨੰਬਰ ਤੇ ਹੈਗਾ ਵੀ ਮੋਰਚੇ ਨੂੰ ਵਰਤ ਕੇ ਇਹਨਾਂ ਨੇ ਆਪਣੀ ਜਿਹੜੀ ਲਾਲਸਾ ਹੈਗੀ ਹੈ ਇਹ ਪੂਰੀ ਕਰਨੀ ਹੈ, ਇਹਨਾਂ ਨੇ ਚੋਣਾਂ 'ਚ ਆਉਣਾ। ਵੀ ਤੁਸੀਂ ਉਹਨਾਂ ਵਾਲੀ ਗੱਲ ਤੇ ਮੋਹਰ ਲਾਈ ਹੈ। ਤੇ ਦੂਸਰੀ ਗੱਲ ਵੀ ਜਿਹੜਾ ਤੁਸੀਂ ਕਾਲੀਆਂ ਝੰਡੀਆਂ ਦਿਖਾਉਣ ਵਾਲੀ ਗੱਲ ਕਰਦੇ ਸੀਗੇ ਉਹਦੀ ਵੀ ਹੁਣ ਤੁਹਾਡੀ ਕੋਈ ਤੁਕ ਨਹੀਂ ਰਹੇਗੀ ਉਸ ਤੁਹਾਡੀ ਗੱਲ ਦੀ, ਜਦ ਕਿ ਤੁਸੀਂ ਉਦੋਂ ਵੀ ਮੂਹਰੇ ਹੋ ਕੇ ਉਹ ਤਾਂ ਚੱਲ ਜਿਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਉਂਦੇ ਸੀਗੇ ਉਹ ਤਾਂ ਆਪ ਤਾਂ ਖੜਾ ਵੀ ਨਹੀਂ ਹੋ ਰਿਹਾ ਸੀ, ਤੁਸੀਂ ਵੀ ਉਦੋਂ 2 ਕਦਮ ਅੱਗੇ ਲੰਘ ਕੇ ਤੁਸੀਂ ਕਹਿਣ ਦਾ ਭਾਵ ਆਮ ਆਦਮੀ ਪਾਰਟੀ ਨਾਲ ਵੀ ਗੱਲਬਾਤ ਚਲਾਈ ਹੈ। ਠੀਕ ਆ, ਤੁਹਾਡੀ ਸੀਟਾਂ ਦੀ ਨਹੀਂ ਐਡਜਸਟਮੈਂਟ ਹੋਈ ਤੇ ਤੁਸੀਂ ਜਿਹੜਾ ਹੈਗਾ ਉਦੋਂ ਵੀ ਅੱਗੇ ਲੰਘ ਕੇ ਆਪ ਖੜੇ ਹੋਏ ਤੁਸੀਂ। ਸੋ ਇਸ ਕਰਕੇ ਉਹਨਾਂ ਦੀ ਇਸ ਸਾਰਾ ਅਮਲ ਹੈ ਜਿਹੜਾ ਉਹਨਾਂ ਦਾ ਐਂ ਕਹਿ ਲਓ ਵੀ ਦੂਰੀ ਨੀਤੀ ਕਹਿ ਲਓ ਜਾਂ ਡਬਲ ਸਟੈਂਡਰਡ ਕਹਿ ਲਓ ਵੀ ਅਮਲ 'ਚ ਕੁਛ ਕਹਿਣ 'ਚ ਕੁਛ ਹੋਰ ਤੇ ਅਮਲ 'ਚ ਕੁਛ ਹੋਰ, ਉਸ ਕਰਕੇ ਜਿਹੜਾ ਇਹ ਫੈਸਲਾ ਹੈਗਾ ਉਹ ਕੀਤਾ ਗਿਆ ਕੱਲ੍ਹ ਵਾਲਾ। ਤੁਹਾਨੂੰ ਵੀ ਸਸਪੈਂਡ ਕਰ ਦਿੱਤਾ ਜਾਂਦਾ ਜੀ, ਤੁਸੀਂ ਥੋੜੀ ਜੀ ਸਪੀਚ ਦਿੰਦੇ ਸੀ, ਕੋਈ ਗਰਮ ਭਾਸ਼ਣ ਦੇ ਦਿੰਦੇ ਇੱਕਦਮ ਸਸਪੈਂਡ ਕਰ ਦਿੱਤਾ ਜਾਂਦਾ ਮੋਰਚੇ 'ਚੋਂ। ਵੇਖੋ ਜੀ ਉਹੀ ਤਾਂ ਹੈ ਵੀ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਵੀ ਉਹਨਾਂ ਨੇ ਸਟੇਜ ਤੋਂ ਆਹ ਗੱਲ ਕਹਿਤੀ ਜਾਂ ਨਾ ਕਹਿਤੀ, ਉਹਨਾਂ ਦੇ ਆਧਾਰ ਤੇ ਉਹ ਇੱਕ ਤਰ੍ਹਾਂ ਨਿਸ਼ਾਸਨੀ ਕਾਰਵਾਈ ਕਰਦੇ ਰਹੇ ਹੈ। ਤੇ ਹੁਣ ਕੱਲ ਉਹਨਾਂ ਦੇ ਹਿੱਸਿਆਂ ਦਾ ਇਹ ਸੀਗਾ ਵੀ ਇਹ ਕੋਈ ਲੰਘਣਾ ਨਹੀਂ ਬਣਦੀ। ਜਦੋਂ ਕੋਈ MLA ਬਣ ਗਿਆ ਉਦੋਂ ਉਹਨੂੰ ਨਾ ਵਿੱਚ ਲਿਓ SKM ਦੇ ਵਿੱਚ, ਵੀ ਹਜੇ ਜਦੋਂ ਕੋਈ ਬਣਿਆ ਹੀ ਨਹੀਂ, ਹਜੇ ਤਾਂ ਖੜੇ ਹੋਏ ਆ, ਖਬਰਾਂ ਇਹ ਬਣਨਗੇ ਕਿ ਨਾ ਬਣਨਗੇ। ਕੋਈ ਜਥੇਬੰਦੀ ਜਿਹੜੀ ਚੋਣ ਮੈਦਾਨ 'ਚ ਕੁੱਦੀ ਹੋਵੇ ਕਹਿੰਦੀ ਹੋਵੇ ਵੀ ਸਾਤੋਂ ਗਲਤੀ ਹੋ ਗਈ ਸੀ, ਦੁਬਾਰੇ ਸੀ ਮੋਰਚੇ ਜਾਣ, ਅਜਿਹਾ ਕੁਝ ਹੋਇਆ ਕੱਲ ਮੀਟਿੰਗ ਦੇ ਵਿੱਚ? ਉਹਦੇ ਵਿੱਚ ਜੀ ਇੱਕ ਜਥੇਬੰਦੀ ਆ ਜਿਹੜੀ ਮਨਜੀਤ ਸਿੰਘ ਰਾਏ ਵਾਲੀ, ਉਹਨਾਂ ਦੇ 2 ਆਗੂ ਸੀਗੇ, ਉਹਨਾਂ ਦਾ ਪ੍ਰਧਾਨ ਮਨਜੀਤ ਸਿੰਘ ਰਾਏ ਤੇ ਉਹਨਾਂ ਦਾ ਜੋ ਜਨਰਲ ਸਕੱਤਰ ਹੈ ਸਤਨਾਮ ਸਿੰਘ ਸਾਨੀ, ਉਹ ਦੋਨੇ ਆਏ ਸੀ। ਉਹਨਾਂ ਨੇ ਮੀਟਿੰਗ ਤੋਂ ਪਹਿਲਾਂ ਗੱਲਬਾਤ 'ਚ ਕਿਹਾ ਸੀ ਜੀ ਵੀ ਅਸੀਂ SSM ਦਾ, ਸਾਡੀ ਜਥੇਬੰਦੀ ਹੈ ਉਹ SSM ਦਾ ਹਿੱਸਾ ਨਹੀਂ ਤੇ ਨਾ ਹੀ ਅਸੀਂ ਕੋਈ ਕੈਂਡੀਡੇਟ ਹੈ ਤੇ ਨਾ ਸਾਡੀ ਜਥੇਬੰਦੀ ਉਹ ਵਾਂਗਾਂ 'ਚ ਸ਼ਾਮਲ ਹੈ ਜੀ। ਤੇ ਨਾ ਅਸੀਂ ਜਿਹੜੀ ਉਹਨਾਂ ਨੇ SSM ਨੇ ਕੁਝ ਕਮੇਟੀਆਂ ਬਣਾਈਆਂ ਨੇ, 3 ਕਮੇਟੀਆਂ, ਇੱਕ ਉਹ ਸਕਰੂਨਿੰਗ ਕਮੇਟੀ ਹੈ, ਇੱਕ ਉਹ ਪਾਰਲੀਮੈਂਟਰੀ ਬੋਰਡ ਵਾਲੀ ਕਮੇਟੀ ਹੈਗੀ ਹੈ ਜੀ। ਤੇ ਬਈ ਅਸੀਂ ਉਹਨਾਂ ਦਾ ਹਿੱਸਾ ਨਹੀਂ ਤੇ ਇਸ ਕਰਕੇ ਹੋ ਸਕਦਾ ਉਹਨਾਂ ਨੂੰ ਕਹਿਤਾ ਸੀਗਾ ਵੀ ਤੁਸੀਂ ਸਟੇਟਮੈਂਟ ਦੇ ਦਿਓ, ਇਹ ਤੁਸੀਂ ਮੀਡੀਆ 'ਚ ਕਹਿ ਦਿਓ ਵੀ ਅਸੀਂ SSM ਦਾ ਹਿੱਸਾ ਨਹੀਂ, ਤੇ ਫਿਰ ਉਹਨਾਂ ਤੇ ਉਹ ਜਿਹੜਾ ਫੈਸਲਾ ਨਹੀਂ ਲਾਗੂ ਹੋਊਗਾ। ਜਿਹੜਾ SSM ਦਾ ਹਿੱਸਾ ਨਹੀਂ ਹੋਊਗਾ ਇਹਨੂੰ ਉਹਦੇ ਤੇ ਕਿਉਂ ਲਾਗੂ ਹੋਊਗਾ? ਤੁਸੀਂ ਮੰਨਦੇ ਹੋ ਚਰਚਾ? ਸਾਨੂੰ ਇਹ ਲੱਗਦਾ ਵੀ ਉਹ ਜਥੇਬੰਦੀ ਜਿਹੜੀਆਂ ਕੁਝ ਵਾਂਗਾਂ ਦੇ ਵਿੱਚੋਂ ਵੀ ਇਸ ਫੈਸਲੇ ਤੋਂ ਬਾਅਦ ਕੁਝ ਰੀਥਿੰਕ ਕਰਕੇ
ਉਹਦੇ ਵਿੱਚੋਂ ਬਾਹਰ ਆਉਣ ਦੀ ਸੰਭਾਵਨਾ ਹੈਗੀ ਹੈ। ਫੂਲ ਸਾਹਿਬ ਤੁਸੀਂ ਲੰਮਾ ਸਮਾਂ ਮੋਰਚੇ 'ਚ ਰਹੇ, ਹੁਣ ਚਰਚਾ ਇਹ ਚੱਲ ਰਹੀ ਹੈ ਕਹਿੰਦੇ ਵੀ ਇਹ ਸਾਰੀ ਗੱਲਬਾਤ ਤਾਂ ਪਹਿਲਾਂ ਹੀ ਚੱਲ ਪਈ ਜਦੋਂ ਮੋਰਚਾ ਚੱਲਦਾ ਸੀ ਵੀ ਅੰਦਰ ਖਾਤੇ ਕੇਜਰੀਵਾਲ ਦੇ ਨਾਲ ਵੀ ਮੀਟਿੰਗਾਂ ਹੁੰਦੀਆਂ ਰਹੀਆਂ, ਤੁਹਾਨੂੰ ਲੱਗਦਾ ਵੀ ਹੋਈਆਂ ਨਹੀਂ? ਬਿਲਕੁਲ ਜੀ, ਕਿਉਂਕਿ ਹੁਣ ਉਹਨਾਂ ਨੇ ਵੀ ਕੇਜਰੀਵਾਲ ਨੇ ਵੀ ਸਾਫ਼ ਕਰਤਾ ਵੀ ਸਾਡੇ ਨਾਲ ਇਹ ਸੀਗੀ, ਅਸੀਂ ਇਹਨਾਂ ਨੂੰ ਚਿਹਰਾ ਐਲਾਨਣ ਨੂੰ ਵੀ ਅਸੀਂ ਸਹਿਮਤ ਸੀਗੇ। ਇੱਥੋਂ ਤੱਕ ਆਇਆ ਸੀਗਾ ਵੀ ਇਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਅਸੀਂ 22 ਦੀਆਂ 22 ਜਥੇਬੰਦੀਆਂ ਨੇ, ਰਾਜੇਵਾਲ ਸਾਹਿਬ ਨੇ ਸਾਨੂੰ ਯਕੀਨ ਦਿਵਾਇਆ ਸੀਗਾ ਵੀ ਆਹ ਅੰਦੋਲਨ ਦੀ ਸਮਾਪਤੀ ਤੋਂ ਬਾਅਦ ਵੀ ਸਾਰੀਆਂ 22 ਜਥੇਬੰਦੀਆਂ ਹੀ ਇੱਧਰ ਆਉਣ ਨੂੰ ਤਿਆਰ ਹੈ। ਤੇ ਅਸੀਂ ਕਿਹਾ ਸੀ ਵੀ ਜੇ 22 ਜਥੇਬੰਦੀਆਂ ਆਉਣ ਨੂੰ ਤਿਆਰ ਹੈ ਫਿਰ ਤਾਂ ਪੰਜਾਬ ਵੀ ਤੁਹਾਡਾ ਹੈਗਾ, ਤੇ ਆਹ ਜਿਹੜੀ ਹੈਗੀ ਆਮ ਆਦਮੀ ਪਾਰਟੀ ਇਹ ਵੀ ਕਹਿਣ ਦਾ ਭਾਵ ਤੁਹਾਡੀ ਹੋਊਗੀ। ਤੇ ਇਸ ਕਰਕੇ ਜੋ ਪਹਿਲਾਂ ਤੋਂ ਗੱਲ ਚੱਲ ਰਹੀ ਸੀ, ਤੇ ਦੂਸਰਾ ਇੱਥੋਂ ਵੀ ਇਹ ਵੀ ਪੁਸ਼ਟੀ ਹੁੰਦੀ ਹੈ ਵੀ ਜਿਹੜੀਆਂ ਰਾਜੇਵਾਲ ਸਾਹਿਬ ਨੇ ਇੰਟਰਵਿਊ ਦਿੱਤੀਆਂ ਨੇ ਉਸ ਦੌਰਾਨ, ਜਿਹਦੇ 'ਚ ਉਹਨਾਂ ਨੂੰ ਪੁੱਛਿਆ ਜਾਂਦਾ ਰਿਹਾ ਬਈ ਤੁਸੀਂ ਉਹ ਚੋਣਾਂ 'ਚ ਕੀ ਕਰੋਗੇ, ਤਾਂ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀਗਾ ਵੀ ਅਸੀਂ ਇਹ ਵਿਚਾਰਾਂਗੇ, ਅਸੀਂ ਉਹ ਜੇ ਸਾਨੂੰ ਵਾਹਿਗੁਰੂ ਨੇ ਸੇਵਾ ਲਾਤੀ ਇਹ ਚੋਣਾਂ 'ਚ ਭਾਗ ਲੈਣ ਵਾਲੀ, ਤੇ ਫਿਰ ਅਸੀਂ ਉਹ ਸੇਵਾ, ਸੰਗਤ ਨੇ ਜੇ ਸਾਨੂੰ ਕਹਿਤਾ ਤਾਂ ਫਿਰ ਅਸੀਂ ਸੇਵਾ ਪ੍ਰਵਾਨ ਕਰਾਂਗੇ। ਮਤਲਬ ਉਹ ਉਦੋਂ ਲੱਗ ਗਿਆ ਸੀਗਾ। ਕੀ ਲੱਗਦਾ ਫਿਰ ਪੇਚ ਕਿੱਥੇ ਫਸ ਗਿਆ, ਕਿਉਂ ਨਹੀਂ ਗੱਠਜੋੜ ਹੋ ਸਕਿਆ? ਫਿਰ ਕੁਰਸੀ ਦੀ ਲੜਾਈ ਕਰਕੇ ਨਹੀਂ ਹੋ ਸਕਿਆ ਜਾਂ ਕੁਰਸੀ ਕਰਕੇ ਫੈਸਲਾ ਸਿਰੇ ਨਹੀਂ ਚੜ ਸਕਿਆ? ਹਾਂ, ਤੇ ਉਹਦੇ ਵਿੱਚ ਉਹਨਾਂ ਨੇ ਉਸੇ ਇੰਟਰਵਿਊ ਦੇ ਵਿੱਚ ਆਹ ਵੀ ਜੋ ਹੈਗੀ ਵੀ ਕਿਉਂ ਨਹੀਂ ਪੇਚ ਕਿੱਥੇ ਫਸ ਗਿਆ, ਉਹਦੇ 'ਚ ਗਾਹਾਂ ਵੀ ਕਿਹਾ ਜਦੋਂ ਉਹਨਾਂ ਨੇ ਮੀਡੀਆ ਵਾਲਿਆਂ ਨੇ ਪੁੱਛਿਆ ਵੀ ਕੀ ਫਿਰ 22 ਜਥੇਬੰਦੀਆਂ ਇਸ ਸਹਿਮਤ ਹੋ ਜਾਣਗੀਆਂ ਚੋਣਾਂ ਵਾਲੀ ਗੱਲ ਤੇ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਹਿਮਤ ਕਰ ਲਾਂਗੇ। ਉਹਨਾਂ ਨੇ ਕੈਟਾਗਰੀਕਲੀ ਮੇਰਾ ਨਾਂ ਲੈ ਕੇ ਵੀ ਪੁੱਛਿਆ ਵੀ ਸੁਰਜੀਤ ਫੂਲ ਨੂੰ ਸਹਿਮਤ ਕਰ ਲਓਗੇ, ਜੋਗਿੰਦਰ ਗਰਾਹਾਂ ਨੂੰ ਸਹਿਮਤ ਕਰ ਲਓਗੇ, ਤਾਂ ਉਹਨਾਂ ਨੇ ਰਾਜੇਵਾਲ ਸਾਹਿਬ ਨੇ ਕਿਹਾ ਸੀ ਵੀ ਉਹਨਾਂ ਨੂੰ ਸਹਿਮਤ ਕਰ ਲਾਂਗੇ। ਆਹੀ ਜੀ ਕਿਹੜੀ ਜੜੀ ਬੂਟੀ ਸੀ ਉਹਨਾਂ ਲਵੇ ਜਾਂ ਕੋਈ ਜਾਦੂ ਸੀ? ਮਤਲਬ ਇਹਦੇ 'ਚੋਂ ਲੱਗਦਾ ਵੀ ਉਹਨਾਂ ਨੇ ਵਾਕਈ ਯਕੀਨ ਦਿਵਾਇਆ ਹੁਣ ਆਮ ਆਦਮੀ ਪਾਰਟੀ ਨੂੰ ਵੀ ਅਸੀਂ 22 ਜਥੇਬੰਦੀਆਂ ਨੂੰ ਨਾਲ ਲੈ ਆਵਾਂਗੇ। ਪਰ ਹੁਣ ਜਿਹੜਾ ਪੇਚ ਫਸਿਆ ਹੈਗਾ ਸੀਟਾਂ ਵਾਲੀ ਗੱਲ ਤੇ। ਇੱਕ ਤਾਂ ਜਿਹੜੀਆਂ 60% ਸੀਟਾਂ ਦੇ ਇਹ ਕਹਿੰਦੇ ਸੀਗੇ ਵੀ ਸਾਨੂੰ 60% ਸੀਟਾਂ ਜਿਹੜੀਆਂ ਇਹ ਸੰਯੁਕਤ ਸਮਾਜ ਮੋਰਚੇ 'ਚ ਸ਼ਾਮਲ ਜਥੇਬੰਦੀਆਂ ਨੇ ਜਾਂ ਸੰਯੁਕਤ ਸਮਾਜ ਮੋਰਚੇ ਨੂੰ ਦਿਓ 60% ਜੀ। ਤੇ ਦੂਜਾ ਜਿਹੜਾ ਹੈਗਾ ਵੀ ਚਿਹਰਾ ਜਿਹੜਾ ਸੀਗਾ ਉਹ ਮੈਨੂੰ ਐ ਲੱਗਦਾ ਵੀ ਉਹਨਾਂ ਨੇ 60 ਵੀ ਦੇ ਦਿੰਦੇ ਜਾਂ ਉਹ ਸੀਟਾਂ ਪਿੱਛੇ। ਅਸਲ ਵਿੱਚ ਗੱਲ ਇਹ ਸੀਗੀ ਵੀ ਉਹਨਾਂ ਨੇ ਜਿਹੜਾ ਕਿਹਾ ਵੀ ਜਿਹੜੇ ਸਾਡੇ ਤੁਸੀਂ ਚੋਣ ਨਿਸ਼ਾਨ ਤੇ ਤੁਹਾਨੂੰ ਆਪਣੀ ਚੋਣ ਲੜੋਗੇ ਤਾਂ ਕਿ ਉਹ ਜਿਹੜਾ ਆਮ ਆਦਮੀ ਝਾੜੂ ਦੇ ਨਿਸ਼ਾਨ ਤੇ ਲੜੋਗੇ। ਸੋ ਮੈਨੂੰ ਲੱਗਦਾ ਵੀ ਜਿਹੜੀਆਂ ਇੱਕ ਤਾਂ ਗਿਣਤੀ ਇਹਨਾਂ ਨੇ ਵੱਡਾ 60% ਵਾਲੀ ਕਰ ਲਈ, ਦੂਜਾ ਝਾੜੂ ਵਾਲੀ ਗੱਲ ਤੇ ਮੈਨੂੰ ਤਾਂ ਝਾੜੂ ਵਾਲੀ ਗੱਲ ਤੇ ਵੀ ਲੜ ਪੈਂਦੇ ਜੇ ਇਹ 60% ਦੇ ਦਿੰਦੇ। ਉਹ ਇੰਨੀਆਂ ਦੇਣਾ ਨਹੀਂ ਚਾਹੁੰਦੇ ਸੀ, ਉਹਨੇ ਅਸੀਂ ਵੀ ਆਪਣੇ ਕੋਲੇ ਤਾਂ ਹੱਥ 'ਚ ਰਹਿਣਾ ਨਹੀਂ, ਸਾਰਾ ਹੱਥ 'ਚ ਇਹਨਾਂ ਦੇ ਹੱਥ 'ਚ ਜਾ ਵੜੂਗੀ। ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਪੇਜ ਬਣਿਆ ਹੋਇਆ ਉਹ ਇਹ ਯੂਜ਼ ਕਰਨਗੀਆਂ ਉਹ ਪੇਜ ਨੂੰ ਜਾਂ ਨਹੀਂ ਕਰਨਗੀਆਂ ਜਿਹੜਾ ਸਾਰਾ ਉਹ? ਬਿਲਕੁਲ ਜੀ, ਉਹ ਪਹਿਲਾਂ ਹੀ ਕਹਿਤਾ ਸੀਗਾ ਜਿਹੜਾ ਉਹ ਪੇਜ ਨੂੰ ਚਲਾ ਰਿਹਾ ਮੁੰਡਾ ਬਲਜੀਤ ਸਿੰਘ ਹੈ ਵੀ ਇਹ ਅੰਦੋਲਨ ਵਾਸਤੇ ਬਣਿਆ ਪੇਜ, ਸੰਯੁਕਤ ਕਿਸਾਨ ਮੋਰਚੇ ਦਾ ਪੈਸਾ ਲੱਗਿਆ ਇਹਦੇ ਵਿੱਚ, ਤੇ ਇਸ ਕਰਕੇ ਸੰਯੁਕਤ ਕਿਸਾਨ ਮੋਰਚੇ ਦਾ ਜੋ ਅੰਦੋਲਨ ਹੈ, ਕਿਉਂਕਿ ਅੰਦੋਲਨ ਸਮਾਪਤ ਨਹੀਂ ਹੋਇਆ ਨਾ, ਅੰਦੋਲਨ ਮੁਲਤਵੀ ਹੋਇਆ ਸੀਗਾ 1 ਮਹੀਨੇ ਲਈ, ਤੇ ਹੁਣ ਕੱਲ ਫੇਰ ਪ੍ਰੋਗਰਾਮ ਦਿੱਤਾ। ਤਾਂ ਕਿਹੜੇ ਅੰਦੋਲਨ ਦਾ ਸੰਯੁਕਤ ਕਿਸਾਨ ਮੋਰਚੇ ਨੇ ਦਿੱਤੇ ਨੇ ਹੁਣ ਜਿਹੜੇ ਪ੍ਰੋਗਰਾਮ ਦਿੱਤੇ ਆ ਜੀ, ਉਹਨਾਂ ਸਭ ਤੋਂ ਵੱਡਾ ਪ੍ਰੋਗਰਾਮ ਤਾਂ ਇਹ ਹੈਗਾ ਵੀ ਉਹਨਾਂ ਨੇ ਜਿਹੜਾ ਸਾਨੂੰ ਉਹਦੇ ਦਿੱਲੀੋਂ ਵਾਪਸੀ ਮੌਕੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਸੀ ਲਿਖਤੀ ਚਿੱਠੀ ਭੇਜ ਕੇ ਸੈਂਟਰ ਸਰਕਾਰ ਨੇ ਆਪਣੀ ਮੋਹਰ ਲਾ ਕੇ ਆਪਣੇ ਸਾਈਨ ਕਰਕੇ ਵੀ ਅਸੀਂ ਬਾਕੀ ਜਿਹੜੀਆਂ 6 ਮੰਗਾਂ ਰਹਿ ਗਈਆਂ ਸੀ 3 ਕਾਨੂੰਨਾਂ ਤੋਂ ਬਿਨਾਂ ਵੀ ਉਹਨਾਂ ਨੂੰ ਵੀ ਅਸੀਂ ਮਿੱਥੇ ਸਮੇਂ ਤੇ ਉਹਨਾਂ ਨੂੰ ਪੂਰਾ ਕਰਾਂਗੇ, ਜਿਹਦੇ ਵਿੱਚ MSP ਤੇ ਕਮੇਟੀ ਬਣਾਉਣ ਵਾਲੀ ਗੱਲ ਸੀਗੀ। ਜਿਹੜੇ ਸ਼ਹੀਦ ਪਰਿਵਾਰ ਹੈ ਜਿਹੜੇ 700 ਤੋਂ ਉੱਪਰ ਉਹਨਾਂ ਨੂੰ ਕੰਪਨਸੇਸ਼ਨ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਸੀਗੀ, ਉਹਨਾਂ ਨੇ ਸਹਿਮਤੀ ਕੀਤੀ। ਲਖੀਮਪੁਰ ਵਾਲੇ ਕਾਂਡ ਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕੀਤੀ ਸੀਗੀ, ਤੇ ਜਿਹੜੇ ਇਧਰੋਂ ਕੇਸ ਰਜਿਸਟਰਡ ਕੀਤੇ ਸੀਗੇ ਕਿਸਾਨਾਂ 'ਚ ਅੰਦੋਲਨ ਦੇ ਦੌਰਾਨ ਉਹ ਸਾਰੇ ਦੇ ਸਾਰੇ ਕੇਸ ਵਾਪਸ ਲੈਣ ਦੀ। ਪਰ ਜਿਹੜਾ ਅਸੀਂ ਕੱਲ੍ਹ ਸਮੀਖਿਆ ਕੀਤੀ ਹੈ ਮੀਟਿੰਗ ਦੇ ਵਿੱਚ, ਉਹਦੇ ਵਿੱਚ ਸਾਰੀ ਰਿਪੋਰਟ ਲਈ ਗਈ ਹੈ ਵੀ ਉਹ ਵਾਅਦਾ ਖਿਲਾਫੀ ਕੀਤੀ ਗਈ ਹੈ। ਸਗਾ ਤੋਂ ਉਹ ਉਹਨਾਂ ਨੂੰ ਲਖੀਮਪੁਰ ਵਾਲੇ ਦੋਸ਼ੀਆਂ ਨੂੰ ਜਿਹੜੀ ਕਿ ਬਣਾਈ ਸੀ ਉੱਥੇ ਜਾਂਚ ਟੀਮ SIT ਬਣੀ ਸੀ, ਉਹਨੇ ਵੀ ਰਿਪੋਰਟ ਦਿੱਤੀ ਵੀ ਉਹ षडयंत्र ਦੇ ਤਹਿਤ ਉਹ ਕਾਂਡ ਹੋਇਆ। ਪਹਿਲੇ ਉਹਦਾ षडयंत्र ਰਚਿਆ ਗਿਆ ਤੇ ਉਹ षडयंत्र ਰਚਣ ਵਾਲਾ ਹੈਗਾ ਅਜੇ ਮਿਸ਼ਰਾ ਜਿਹੜਾ ਟੈਣੀ ਹੈ, ਪਰ ਉਹਨਾਂ ਨੇ ਟੈਣੀ ਨੂੰ ਅਜੇ ਵੀ ਨਹੀਂ ਮਤਲਬ ਉਹਨਾਂ ਨੂੰ ਉਹਦੇ 'ਚੋਂ ਬਾਹਰ ਕੀਤਾ ਮੰਤਰੀ ਮੰਡਲ 'ਚੋਂ, ਤੇ ਉਲਟਾ ਜਿਹੜੇ ਕਿਸਾਨਾਂ ਨੂੰ ਹੋਰ ਜਿਹੜੇ ਨਵੇਂ ਕਿਸਾਨ ਆ ਉਹਨਾਂ ਨੂੰ ਉਹ ਕਤਲ ਕੇਸਾਂ 'ਚ ਇਨਵੋਲਵ ਕਰਕੇ ਉਹਨਾਂ ਨੂੰ ਜੇਲ੍ਹ 'ਚ ਭੇਜ ਰਹੇ ਆ। ਸੋ ਇਸ ਕਰਕੇ ਉਹਦੇ ਕੱਲ੍ਹ ਫੈਸਲਾ ਕੀਤਾ ਗਿਆ ਵੀ ਜਿਹੜੀ ਇਹਨਾਂ ਨੇ ਵਾਅਦਾ ਖਿਲਾਫੀ ਕੀਤੀ ਆ ਇਹਦੇ ਖਿਲਾਫ 31 ਜਨਵਰੀ ਨੂੰ ਸਾਰੇ ਸਟੇਟਾਂ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਤੇ
ਵੱਡੇ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਇਹਨਾਂ ਦਾ ਪਰਦਾਫਾਸ਼ ਕੀਤਾ ਜਾਊਗਾ ਵੀ ਕਿਵੇਂ ਵਾਅਦਾ ਖਿਲਾਫੀ ਕੀਤੀ ਹੈ, ਤੇ ਉਹਦੇ ਨਾਲ ਉਹਦੇ ਜਿਹੜੇ ਹੈਗੇ ਰੋਸ ਵਜੋਂ ਉਹਦੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਜਾਣਗੇ। ਜੀ ਫੂਲ ਸਾਹਿਬ, ਜਿਸ ਤਰ੍ਹਾਂ ਹੁਣ ਇਹ 22 ਕਿਸਾਨ ਜਥੇਬੰਦੀਆਂ ਚੋਣ ਮੈਦਾਨ ਦੇ ਵਿੱਚ ਨੇ, ਸਰਕਾਰ ਤੇ ਦਬਾਅ ਘਟਿਆ ਜਾਂ ਕੋਈ ਫਰਕ ਪਿਆ ਹੈ ਇਸ ਨਾਲ? ਸਾਡੇ ਹਿਸਾਬ ਨਾਲ ਕਿਉਂਕਿ ਜਿਹੜੀਆਂ ਇਹ ਕੱਲ ਵੀ ਜਿਹੜੀਆਂ ਸ਼ਾਮਲ ਹੋ ਗਈਆਂ ਜੀ 300 ਦੇ ਲਗਭਗ ਜਥੇਬੰਦੀਆਂ ਦੇ ਪ੍ਰਤੀਨਿਧ ਕੱਲ ਵਾਲੀ ਜਿਹੜੀ 15 ਜਨਵਰੀ ਵਾਲੀ ਮੀਟਿੰਗ 'ਚ ਸ਼ਾਮਲ ਹੋਏ ਆ। ਸੋ ਇਸ ਕਰਕੇ ਉਹ 300 ਦੇ 300 ਇਕੱਠੀਆਂ ਨੇ। 300 ਦੇ ਵਿੱਚੋਂ ਜੇ ਮੈਨੂੰ ਲੱਗਦਾ ਇਹ 15-18 ਬਾਹਰ ਵੀ ਹੋ ਜਾਣਗੀਆਂ, ਤਾਂ ਮੈਨੂੰ ਨਹੀਂ ਲੱਗਦਾ ਵੀ ਉਹ ਸਾਰੇ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਆਲ ਇੰਡੀਆ ਦਾ ਹੈਗਾ ਉਹਦੀ ਤਾਕਤ ਤੇ ਕੋਈ ਬੜਾ ਵੱਡਾ ਅਸਰ ਪਊਗਾ। ਅਗਲਾ ਸਵਾਲ ਇਹ ਹੈ ਪਰ ਦੂਸਰੀ ਗੱਲ ਇਹ ਵੀ ਹੈਗਾ, ਇਹਨਾਂ ਨੇ ਕੋਈ ਹਜੇ ਐ ਨਹੀਂ ਕਿਹਾ ਵੀ ਅਸੀਂ ਸਾਨੂੰ ਇਹ ਜਿਹੜਾ ਫੈਸਲਾ ਕੀਤਾ ਵੀ ਸਾਨੂੰ ਮਨਜ਼ੂਰ ਨਹੀਂ, ਤੇ ਅਸੀਂ ਹੁਣ ਸੰਯੁਕਤ ਕਿਸਾਨ ਮੋਰਚੇ ਦਾ ਜੋ ਘੋਲ ਦਾ ਸੱਦਾ ਹੋਇਆ ਕੋਈ ਉਹਨੂੰ ਅਸੀਂ ਨਹੀਂ ਲਾਗੂ ਕਰਾਂਗੇ। ਹਜੇ ਇਹਨਾਂ ਨੇ ਵੀ ਕਿਹਾ ਵੀ ਭਾਵੇਂ ਫੈਸਲਾ ਕਰਤਾ ਉਹਨਾਂ ਨੇ, ਅਸੀਂ ਪਰ ਜੋ ਸੱਦਾ ਆਇਆ ਜਿਵੇਂ ਅਸੀਂ ਉਹ ਸੱਦੇ ਦੇ ਵਿੱਚ ਆਪਣੀ ਜਿਹੜੀ ਫੋਰਸ ਹੈ, ਆਪਣਾ ਕਾਡਰ ਹੈ, ਉਹਨੂੰ ਸ਼ਾਮਲ ਕਰਾਂਗੇ। ਪਰ ਜਿਹੜੇ ਇਹ ਵਾਅਦੇ ਕੀਤੇ ਸੀ ਕੇਂਦਰ ਸਰਕਾਰ ਨੇ, ਬੀਜੇਪੀ ਸਰਕਾਰ ਨੇ, ਜੇਕਰ ਸਰਕਾਰ ਪਿੱਛੇ ਹਟਦੀ ਆ ਫਿਰ ਜ਼ਿੰਮੇਵਾਰ ਕੌਣ ਹੋਊਗਾ? ਲੀਡਰ ਹੋਣਗੇ ਜਿਹੜੇ ਹੁਣ ਕਿਸਾਨ ਜਥੇਬੰਦੀਆਂ ਚੋਣ ਮੈਦਾਨ 'ਚ ਨੇ, ਕਿਉਂਕਿ ਬੀਜੇਪੀ ਤਾਂ ਪਹਿਲਾਂ ਕਹਿੰਦੇ ਸੀ ਕਿ ਇਹ ਸਿਆਸਤ ਕਰ ਰਹੇ ਨੇ ਕਿਸਾਨ ਜਥੇਬੰਦੀਆਂ, ਫਿਰ ਤਾਂ ਉਹਨਾਂ ਦੀ ਗੱਲ ਤੇ ਮੋਹਰ ਲੱਗ ਗਈ। ਦੇਖੋ ਜੀ, ਸੰਯੁਕਤ ਕਿਸਾਨ ਮੋਰਚਾ ਬੜੇ ਅੰਦੋਲਨ ਵਾਸਤੇ ਹੈ, ਤੇ ਉਹ ਉਹਨਾਂ ਨੇ ਵਾਅਦੇ ਕੀਤੇ ਆ। ਹੁਣ ਜਿਹੜਾ ਸਾਡਾ ਅੰਦੋਲਨ ਆਏ ਨਹੀਂ, ਅਸੀਂ ਕਹਿੰਦੇ ਵੀ ਸਮਝੌਤਾ ਤੋੜਤਾ, ਅਸੀਂ ਵੀ ਸਰਕਾਰ ਨੇ ਵੀ ਤੋੜਤਾ। ਜਿਹੜਾ 9 ਦਸੰਬਰ ਨੂੰ ਹੋਇਆ ਸੀਗਾ ਲਿਖਤੀ ਸਮਝੌਤਾ ਜਾਂ ਸਹਿਮਤੀ ਹੋਈ ਸੀ, ਅਸੀਂ ਅੱਗੇ ਵੀ ਅਸੀਂ ਵੀ ਤੋੜਤਾ, ਅਸੀਂ ਤੋੜਿਆ ਨਹੀਂ। ਕਾਂਗਰਸ ਦੇ ਲੀਡਰਾਂ ਨੂੰ ਵੀ ਸਵਾਲ ਹੋਣਗੇ, ਕਿਉਂਕਿ 2017 'ਚ ਵਾਅਦੇ ਬਹੁਤ ਹੋਏ ਸੀ ਕਿਸਾਨਾਂ ਨਾਲ ਵੀ, ਘਰ ਘਰ ਨੌਕਰੀ ਪੰਜਾਬ ਦੇ ਲੋਕਾਂ ਦੇ ਨਾਲ, ਕਿਸਾਨਾਂ ਦਾ ਪੂਰਨ ਕਰਜ਼ਾ ਮਾਫ, ਚਾਹੇ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ। ਉਹ ਵੀ ਸਵਾਲ ਹੋਣਗੇ ਫਿਰ ਲੀਡਰਾਂ ਨੂੰ ਹੁਣ ਪਿੰਡਾਂ ਦੇ ਵਿੱਚ। ਸਾਰਿਆਂ ਨੂੰ ਜੀ, ਜਿੰਨੇ ਵੀ ਸਮੇਤ ਅਸੀਂ ਤਾਂ ਕਹਿੰਦੇ ਜਿਹੜਾ SSM ਵਾਲੇ ਵੀ ਆਉਣਗੇ, ਅਸੀਂ ਕਿਸੇ ਦਾ ਐ ਨਹੀਂ ਕਰਨਾ ਵਿਰੋਧ ਜਾਂ ਉਹਦੀ ਕੋਈ ਬੇਇੱਜ਼ਤੀ ਨਹੀਂ ਕਰਨੀ ਕਿਸੇ ਦੀ। ਸਾਰਿਆਂ ਨੂੰ ਜਿਹੜੇ ਵੀ ਆਉਣਗੇ ਉਹਨਾਂ ਨੂੰ ਖੜਾ ਕੇ ਕਟਹਿਰੇ 'ਚ, ਲੋਕਾਂ ਦੇ ਇਕੱਠ 'ਚ ਖੜਾ ਕੇ ਉਹਨਾਂ ਨੂੰ ਸਵਾਲ ਪੁੱਛੇ ਜਾਣਗੇ। ਜਿਹੜੀਆਂ ਨੇ ਪਿੱਛੇ ਰਾਜ ਕੀਤਾ ਉਹਨਾਂ ਨੂੰ ਰਾਜ ਬਾਰੇ ਸਵਾਲ ਕੀਤੇ ਜਾਣਗੇ। ਜਿਨ੍ਹਾਂ ਨੇ ਭਾਵੇਂ ਆਮ ਆਦਮੀ ਪਾਰਟੀ ਵੀ ਹੈਗੀ ਹੈ, ਰਾਜ ਦਾ ਤਾਂ ਨਮੂਨਾ ਉਹਨਾਂ ਦੇ ਵੀ ਦਿੱਲੀ 'ਚ ਹੈਗਾ। ਬਿਲਕੁਲ, ਦਿੱਲੀ 'ਚ ਉਹ ਇੱਕ ਮਾਡਲ ਦੇ ਤੌਰ ਤੇ ਪੇਸ਼ ਕਰ ਰਹੇ ਵੀ ਉਹੋ ਜਿਹਾ ਰਾਜ ਅਸੀਂ ਕਹਾਂਗੇ ਵੀ ਦਿੱਲੀ ਵਾਲੇ ਰਾਜ ਦੇ ਵਿੱਚ ਵੀ ਦੂਜੇ ਰਾਜਾਂ ਨਾਲੋਂ ਕੋਈ ਬੁਨਿਆਦੀ ਫਰਕ ਹੈ ਹੀ ਨਹੀਂ। ਕੋਈ ਮਾੜਾ ਮੋਟਾ ਕੋਈ ਰਹਿਤ ਵੱਧ ਦੇਤੀ ਹੋਣੀ 19-21 ਦੀ, ਪਰ ਜਿਹੜੀਆਂ ਬੇਸਿਕ ਪਾਲਿਸੀਆਂ ਹੈਗੀਆਂ ਕਾਰਪੋਰੇਟਾਂ ਦੇ ਪੱਖੀ, ਸਾਮਰਾਜੀ ਕੰਪਨੀਆਂ ਦੇ ਪੱਖੀ, ਜਾਂ ਜਿਹੜੀਆਂ ਸੂਬਿਆਂ ਨੂੰ ਅਧਿਕਾਰ ਖੋਲ ਕੇ ਸੈਂਟਰ ਦੇ ਹੱਥ 'ਚ ਅਧਿਕਾਰ ਦੇਣ ਵਾਲੀ, ਇਹ ਸਾਰੀਆਂ ਦੀਆਂ ਸਾਰੀਆਂ ਆਮ ਆਦਮੀ ਪਾਰਟੀ ਦੀਆਂ, ਉਹਨਾਂ ਨੂੰ ਅਸੀਂ ਕਰਾਂਗੇ। ਉਹਨਾਂ ਦੇ ਰਾਜ ਦੀਆਂ ਵੀ ਤੇ ਉਹਨਾਂ ਦੀ ਸਰਕਾਰ ਦੀਆਂ ਨੀਤੀਆਂ ਉਹੀ ਰਹੀਆਂ ਨੇ। ਤੇ ਜਿਹੜਾ ਇਹ SSM ਵਾਲੇ ਹੈਗੇ ਆ, ਇਹਨਾਂ ਨੂੰ ਐ ਪੁੱਛਾਂਗੇ ਵੀ ਤੁਹਾਡੇ ਕੋਲੇ ਬਦਲ ਕੀ ਹੈ, ਅਲਟਰਨੇਟਿਵ ਕੀ ਹੈ ਤੁਹਾਡੇ ਕੋਲੇ? ਕੱਲਾ ਐ ਥੋੜਾ ਕਰਤਾ ਸੀ ਆਹ ਕਰ ਦਾਂਗੇ, ਆਹ ਕਰ ਦਾਂਗੇ, ਆਹ ਕਰ ਦਾਂਗੇ, ਜਿਵੇਂ ਮੈਨੀਫੈਸਟੋ 'ਚ ਕਹਿ ਦਿੰਦੇ ਹੁੰਦੇ ਨੇ ਵੀ ਤੁਹਾਡੇ ਕੋਲੇ ਬਲੂ ਪ੍ਰਿੰਟ, ਕੋਈ ਰੋਡ ਮੈਪ ਆ ਸਾਰੇ ਮੁੱਦਿਆਂ ਦਾ, ਬੇਰੁਜ਼ਗਾਰੀ ਦਾ, ਜਾਂ ਉਹ ਜਿਹੜੀਆਂ ਕਾਰਪੋਰੇਟ ਘਰਾਣਿਆਂ ਨੂੰ ਇੱਥੋਂ ਭਜਾਉਣ ਦਾ, ਕਾਰਪੋਰੇਟੋ ਭਾਰਤ ਛੱਡੋ, ਮੋਦੀ ਗੱਦੀ ਛੱਡੋ ਜਿਹੜਾ ਨਾਰਾ ਸੀ, ਵੀ ਕਾਰਪੋਰੇਟਾਂ ਨੂੰ ਤੁਸੀਂ ਕਿਵੇਂ ਭਾਰਤ ਛਡਾਓਗੇ? ਅਸੀਂ ਪੁੱਛਾਂਗੇ। ਇਹਨਾਂ ਨੂੰ ਵੀ ਵੋਟ ਪਾ ਸਕਦੇ ਹੋ ਫਿਰ ਤੁਸੀਂ ਜਥੇਬੰਦੀਆਂ ਨੂੰ? ਵੋਟ ਤਾਂ ਅਸੀਂ ਕਹੀ ਦਿੱਤਾ, ਸਾਡੀ ਜਥੇਬੰਦੀ ਵੱਲੋਂ ਤਾਂ ਕਿਸੇ ਨੂੰ ਵੀ ਇਸ ਦਾ ਕਹਿੰਦੇ ਵੀ ਵੋਟਾਂ ਦਾ ਕਰੋ ਬਾਈਕਾਟ ਮੁਕੰਮਲ। ਜਿੰਨਾ ਵੋਟਾਂ ਦਾ ਬਾਈਕਾਟ ਦਾ ਮੁਕੰਮਲ ਬਾਈਕਾਟ ਦਾ ਸਾਨੂੰ ਹੋਰ ਫਾਇਦਾ ਹੋ ਜਾਂਦਾ। ਸਰਕਾਰ ਭਾਵੇਂ ਬਣ ਜੇ, ਜਦੋਂ ਅਸੀਂ ਸਰਕਾਰ ਬਣਨ ਤੋਂ ਬਾਅਦ ਸਰਕਾਰ ਸਾਨੂੰ ਉਹੀ ਨੀਤੀਆਂ ਲਾਗੂ ਕਰਦੀ ਆ, ਸਾਨੂੰ ਅੰਦੋਲਨ ਕਰਨਾ ਪੈਂਦਾ। ਤਾਂ ਜਿਹੜੇ ਇੱਥੋਂ ਦੇ ਅਧਿਕਾਰੀ ਆ, DC ਆ, ਹੋਰ ਹੈ, ਉਹ ਕਹਿੰਦੇ ਆ ਵੀ ਯਾਰ ਹੁਣ ਤੁਸੀਂ ਕੱਲ ਤਾਂ ਹਜੇ ਬਣਾ ਕੇ ਹਟੇ ਹੋ, ਹੁਣ ਤੁਸੀਂ ਉਹਨਾਂ ਦਾ ਵਿਰੋਧ ਕਰਦੇ ਹੋ, ਤੁਸੀਂ ਬਣਾਉਂਦੇ ਹੀ ਨਾ। ਮਤਲਬ ਫਿਰ ਅਸੀਂ ਕਹਿ ਦਿਆਂਗੇ ਵੀ ਭਾਈ ਅਸੀਂ ਤਾਂ 60% ਨੇ ਵੋਟਾਂ ਪਾਈਆਂ ਹੀ ਨਹੀਂ ਸੀਗੀਆਂ, 40% ਨਾਲ ਬਣ ਗਈ, ਇਸ ਕਰਕੇ ਸਾਡੀ ਬਣਾਈ ਹੋਈ ਨਹੀਂ, ਤੇ ਅਸੀਂ ਤਾਂ ਹੀ ਨਹੀਂ ਪਾਈਆਂ ਇਹਨਾਂ ਨੂੰ ਕਿਉਂਕਿ ਸਾਨੂੰ ਪਤਾ ਸੀ ਵੀ ਇਹਨਾਂ ਨੇ ਆਹੀ ਕੁਛ ਕਰਨਾ। ਫੂਲ ਸਾਹਿਬ, ਜਿਸ ਤਰ੍ਹਾਂ ਜਦੋਂ ਦਿੱਲੀ ਮੋਰਚਾ ਫਤਿਹ ਹੋਇਆ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ, ਚਰਚਾ ਇਹ ਸੀ ਕਿ ਹੁਣ ਪੰਜਾਬ ਸਰਕਾਰ ਤੇ ਕਾਂਗਰਸ ਸਰਕਾਰ ਤੇ ਵੱਡਾ ਦਬਾਅ ਬਣੇਗਾ ਵੀ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਹੋ ਜਾਏਗਾ। ਇਹ ਚਰਚਾ ਸੀ, ਪਰ ਕਿਉਂ ਨਹੀਂ ਹੋਇਆ? ਕਿ ਇਸ ਕਰਕੇ ਨਹੀਂ ਹੋਇਆ ਕਿ ਕੁਝ ਜਥੇਬੰਦੀਆਂ ਸੀ ਜਿਹੜੀ ਉਹ ਸਿਆਸਤ ਵੱਲ ਜਾਣ ਬਾਰੇ ਸੋਚ ਰਹੀਆਂ ਸੀ, ਸਰਕਾਰ ਤੇ ਦਬਾਅ ਨਹੀਂ ਬਣਾ ਸਕੀਆਂ? ਕਿਉਂਕਿ ਬਹੁਤ ਵਧੀਆ ਮੌਕਾ ਸੀ, ਗੋਲਡਨ ਚਾਂਸ ਸੀ ਪੰਜਾਬ ਦੇ ਕਿਸਾਨਾਂ ਲਵੇ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਲਵੇ, ਸਰਕਾਰ ਨੂੰ ਦਬਾਅ ਥੱਲੇ ਆ ਕੇ ਫੈਸਲਾ ਕਰਵਾ ਸਕਦੀਆਂ ਸੀ। ਦੇਖੋ ਜੀ, ਉਹ ਤਾਂ ਹੈਗੀ, ਅਸੀਂ ਕਹਿੰਦੇ ਵੀ ਇਸ ਪ੍ਰੈਸ਼ਰ ਗਰੁੱਪ ਵਜੋਂ ਇਹਨੇ ਕੰਮ ਕੀਤਾ ਹੈ। ਭਾਵੇਂ ਪੰਜਾਬ ਸਰਕਾਰ ਨੂੰ ਵੀ ਅੰਦੋਲਨ ਤੋਂ ਬਾਅਦ ਕਿੰਨੇ ਉਹ ਮੀਟਿੰਗ ਦੇ ਵਿੱਚ ਉਹਨਾਂ ਨੂੰ ਸਿੱਧਾ SKM ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਆਹ ਗੰਨੇ ਦਾ ਤੁਹਾਨੂੰ ਇੰਨਾ ਰੇਟ ਦੇਣਾ ਪਊਗਾ, ਨਹੀਂ ਅਸੀਂ ਤੁਹਾਡੀ ਸਰਕਾਰ ਨਹੀਂ ਚੱਲਣ ਦੇਵਾਂਗੇ, ਅਸੀਂ ਰੇਲ ਗੱਡੀਆਂ ਨਹੀਂ ਚੱਲਣ ਦੇਵਾਂਗੇ। ਉਹ ਉਹਨਾਂ ਨੂੰ ਕਰਨਾ ਪਿਆ, ਉਹ ਪ੍ਰੈਸ਼ਰ ਹੀ ਸੀਗਾ, ਉਹ ਕਿਹੜਾ ਕੋਈ MLA ਬਣ ਕੇ ਕੀਤਾ ਇਹ। ਉਦੋਂ ਬਿਨਾਂ ਜਿਹੜਾ ਆਹ ਮੁਆਵਜ਼ਾ ਸੀ, ਨਰਮੇ ਦਾ ਮੁਆਵਜ਼ਾ ਸੀ, ਜਿਹੜਾ ਦੂਜਾ ਬਾਸਪਤੀ ਦੇ ਮਰੇ ਦਾ ਮੁਆਵਜ਼ਾ ਸੀਗਾ, ਇਦੋਂ ਬਿਨਾਂ ਜਿਹੜਾ ਕਰਜ਼ਾ ਮਾਫੀ ਦਾ ਵਾਅਦਾ ਕੀਤਾ ਸੀਗਾ,
ਉਹਨਾਂ ਨੇ ਪਹਿਲਾਂ ਹੁਣ ਤੱਕ 2.5 ਕਿੱਲਿਆਂ ਦੇ ਕੀਤਾ ਸੀਗਾ, ਉਸ ਤੋਂ ਬਾਅਦ ਉਹਨਾਂ ਨੂੰ ਪ੍ਰੈਸ਼ਰ ਤਹਿਤ ਵਧਾ ਕੇ 5 ਕਿੱਲਿਆਂ ਦਾ ਕਰਨਾ ਪਿਆ। ਇਹ ਸਾਰੀਆਂ ਗੱਲਾਂ ਪ੍ਰੈਸ਼ਰ ਤਹਿਤ ਹੋਈਆਂ ਨੇ। ਅਸੀਂ ਕਹਿੰਦੇ ਵੀ ਜੇ ਪ੍ਰੈਸ਼ਰ ਕਾਇਮ ਰਹਿੰਦਾ ਹੈ ਤੇ ਇਹ SKM ਦੀ ਏਕਤਾ ਵਾਲਾ ਡਾਂਗ ਕਾਇਮ ਰਹਿੰਦੀ ਹੈ, ਇਹਦਾ ਪ੍ਰੈਸ਼ਰ ਹੋਰ ਵੱਧਦਾ ਤਾਂ ਸਰਕਾਰਾਂ ਨੂੰ, ਭਾਵੇਂ ਸੈਂਟਰ ਵਾਲੀ ਆ ਤੇ ਭਾਵੇਂ ਪੰਜਾਬ ਵਾਲੀ ਆ, ਉਹਨਾਂ ਨੂੰ ਝੁਕਾਇਆ ਜਾ ਸਕਦਾ, ਕਰਜ਼ਾ ਵੀ ਮਾਫ ਕਰਵਾਇਆ ਜਾ ਸਕਦਾ। ਅਗਲਾ ਸਾਡਾ ਅੰਦੋਲਨ ਸੈਂਟਰ ਸਰਕਾਰ ਦੇ ਖਿਲਾਫ ਹੁਣ ਕਿਉਂ ਨਹੀਂ ਕਰਵਾਇਆ ਜਾ ਸਕਿਆ? ਕੀ ਕਾਰਨ ਮੰਨਦੇ ਤੁਸੀਂ? ਕਿਉਂਕਿ ਹੁਣ ਸਮਾਂ ਹੈਗਾ ਸੀ, ਘੱਟੋ ਘੱਟ 1 ਮਹੀਨੇ ਦਾ ਸਮਾਂ ਹੈਗਾ ਸੀ ਜਥੇਬੰਦੀਆਂ ਲਵੇ। ਉਹ ਤਾਂ ਅਸੀਂ ਸਮਝਦੇ ਹਾਂ ਵੀ ਕਾਰਨ ਤਾਂ ਇੱਕ ਤਾਂ ਇਹ ਹੈਗਾ ਵੀ ਉਹਨਾਂ ਨੂੰ ਐਂ ਲੱਗਦਾ ਸੀਗਾ ਸਰਕਾਰ ਨੂੰ ਵੀ ਖਿੰਡ ਜਾਣਗੇ ਹੁਣ ਇਹ, ਖਾਸ ਕਰਕੇ ਜਿਹੜੇ ਚੋਣਾਂ 'ਚ ਗਏ ਐ ਉਹਨਾਂ ਕਰਕੇ ਵੀ ਲੱਗਿਆ ਹੋਣਾ ਵੀ ਇੰਨੇ ਜਾਵੜੇ ਦੂਜੇ ਵੀ ਖਿੰਡ ਜਾਣਗੇ, ਇਹ ਰਹਿਣਾ ਨਹੀਂ, ਸੰਯੁਕਤ ਕਿਸਾਨ ਮੋਰਚਾ ਰਹਿਣੇ ਨੇ। ਉਹਨਾਂ ਨੇ ਪ੍ਰਭਾਵ ਗਿਆ ਇਸ ਗੱਲ ਦਾ, ਇਸ ਪ੍ਰਭਾਵ 'ਚ ਉਹਨੂੰ ਲਿਆ ਵੀ ਆਪਾਂ ਐਵੇਂ ਡਰੀ ਜਾਂਦੇ ਉਹਨਾਂ ਤੇ। ਕਰਜ਼ਾ ਮਾਫ ਹੋ ਸਕਦਾ ਸੀ ਜੇਕਰ ਇੱਕਜੁੱਟ ਹੁੰਦੀਆਂ ਜਥੇਬੰਦੀਆਂ। ਅਸੀਂ ਕਹਿੰਦੇ ਆ ਵੀ ਇਹਦਾ ਜੇ ਆਹ ਨਾ ਬਾਹਰ ਜਾਂਦੀਆਂ ਤਾਂ ਇਹਦੇ ਪ੍ਰੈਸ਼ਰ ਰਹਿਣਾ ਸੀਗਾ, ਹੋ ਸਕਦਾ ਮਤਲਬ ਉਹਨਾਂ ਨੂੰ ਹੋਰ ਵੱਧ ਕਰਜ਼ਾ ਮਾਫ ਕਰਨਾ ਪੈਂਦਾ। ਸਰਕਾਰਾਂ ਚਾਹੁੰਦੀਆਂ ਸੀ, ਪਾਰਟੀਆਂ ਚਾਹੁੰਦੀਆਂ ਸੀ ਵੀ ਸੰਯੁਕਤ ਕਿਸਾਨ ਮੋਰਚਾ ਖੇਰੂ ਹੋਵੇ, ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਖਿੰਡਣ, ਕਿਉਂਕਿ ਪੰਜਾਬ ਨੇ ਮੁੱਢ ਬੰਨਿਆ ਸੀ, ਪੰਜਾਬ ਨੇ ਅਗਵਾਈ ਕੀਤੀ, ਪਰ ਉਹ ਜਿਹੜੀ ਚਾਲਾਂ ਸੀਆਂ ਸਰਕਾਰਾਂ ਦੀਆਂ, ਸਿਆਸੀ ਲੀਡਰਾਂ ਦੀਆਂ, ਸਿਆਸੀ ਪਾਰਟੀਆਂ ਉਹ ਕਾਮਯਾਬ ਹੋ ਗਏ। ਨਹੀਂ ਜੀ, ਅਸੀਂ ਕਹਿੰਦੇ ਹਾਂ ਕੋਈ ਕਾਮਯਾਬ ਨਹੀਂ ਹੋਣਗੇ। ਉਹਨਾਂ ਦਾ ਜਿਹੜਾ ਭੁਲੇਖਾ ਸੀਗਾ ਵੀ ਸੰਯੁਕਤ ਕਿਸਾਨ ਮੋਰਚਾ ਖਿੰਡ ਜੂਗਾ, ਬਸ ਉਹ ਅੰਦੋਲਨ ਸਮਾਪਤ ਹੋ ਗਿਆ, ਹੁਣ ਪੱਕੇ ਤੌਰ ਤੇ ਮੋਰਚਾ ਖਤਮ ਹੋ ਜਾਊਗਾ, ਅੰਦੋਲਨ ਵੀ ਖਤਮ ਹੋ ਜੂ। ਪਰ ਕੱਲ੍ਹ ਵਾਲੀ ਮੀਟਿੰਗ ਨੇ ਭਰਮ ਤੋੜਤਾ, ਅੰਦੋਲਨ ਕਾਇਮ ਹੈ, ਦੁਬਾਰੇ ਫੇਰ ਐਕਸ਼ਨ ਪ੍ਰੋਗਰਾਮ ਆ ਗਿਆ 31 ਵਾਲਾ। ਉਦੋਂ ਬਿਨਾਂ ਜਿਹੜਾ ਲਖੀਮਪੁਰ ਵਾਲੇ ਦੋਸ਼ੀਆਂ ਨੂੰ, ਖਾਸ ਕਰਕੇ ਉਹ ਟੈਣੀ ਨੂੰ ਜਿਹੜਾ ਮੰਤਰੀ ਆ, ਉਹਨੂੰ ਗ੍ਰਿਫਤਾਰ ਕਰਾਉਣ ਦੀ ਖਾਤਰ ਪੱਕਾ ਮੋਰਚਾ ਜਿਹੜਾ 21 ਜਨਵਰੀ ਤੋਂ ਲਖੀਮਪੁਰ ਦੇ ਵਿੱਚ ਪੱਕਾ ਮੋਰਚਾ ਫੇਰ ਲੱਗ ਰਿਹਾ ਪੱਕੇ ਤੌਰ ਤੇ। ਸਾਰੀਆਂ ਸੂਬਿਆਂ ਦੇ ਜਥੇ ਆ ਜਿਹੜੀਆਂ, ਸਾਰੇ ਸੂਬਿਆਂ 'ਚ ਉੱਥੇ ਯੂਪੀ ਵਾਲੀਆਂ ਜਥੇਬੰਦੀਆਂ ਲਾਉਣਗੀਆਂ, ਬਾਕੀ ਸੂਬਿਆਂ 'ਚੋਂ ਜਥੇ ਜਾਇਆ ਕਰਨਗੇ ਹਫ਼ਤੇ ਲਈ, ਹਫ਼ਤਾ ਉੱਥੇ ਲਾ ਕੇ ਵਾਪਸ ਆਇਆ ਕਰਨਗੇ। ਹਰੇਕ ਜਥੇਬੰਦੀ ਆ ਜਿਹੜੀ, ਭਾਵੇਂ ਵੱਡੀ ਆ ਛੋਟੀ, ਘੱਟੋ ਘੱਟ 10-10 ਜਥੇਬੰਦਿਆਂ ਦਾ ਉਹਨਾਂ ਨੇ ਫੈਸਲਾ ਕੀਤਾ ਕੱਲ੍ਹ ਵੀ ਉਸ ਮੋਰਚੇ 'ਚ ਭੇਜਣਾ, ਤੇ ਉਸ ਮੋਰਚੇ ਦਾ ਖਰਚ ਵੀ ਜਿਹੜਾ ਹੋਊਗਾ ਉਹ ਵੀ ਸਾਰੇ ਜਥੇਬੰਦੀਆਂ ਨੇ ਆਪਣੇ ਡੋਨੇਸ਼ਨ ਦੇ ਤੌਰ ਤੇ ਦੇਣਾ। ਇਸ ਕਰਕੇ ਉਹ ਜਿਹੜਾ ਹੈਗਾ ਉਹਨਾਂ ਦਾ ਭਰਮ ਸੀਗਾ ਵੀ ਇਹ ਤਾਂ ਖਿੰਡ ਜੂਗਾ, ਕੋਈ ਪ੍ਰੋਗਰਾਮ ਹੀ ਨਹੀਂ ਆਊਗਾ। ਕੱਲ੍ਹ ਵਾਲੇ ਪ੍ਰੋਗਰਾਮ ਨੂੰ ਦੇਣ ਤੋਂ ਬਾਅਦ ਦੋਨੇ ਪ੍ਰੋਗਰਾਮ ਹੈ ਜਿਹੜੇ ਵੱਡੇ, ਖਾਸ ਕਰਕੇ ਅਲਟੀਮੇਟਮ ਹੈ ਜਿਹੜਾ 1 ਫਰਵਰੀ ਤੱਕ ਦਾ, ਉਸ ਨੇ ਸਰਕਾਰ ਦਾ ਭਰਮ ਤੋੜਤਾ ਤੇ ਉਹਨਾਂ ਨੂੰ, ਸਰਕਾਰ ਨੂੰ ਇਹ ਜਿਹੜੀ ਮੋਰਚੇ ਦੀ ਤਾਕਤ ਵਧਣੀ ਹੈ, ਮੋਰਚੇ ਤੇ ਲੋਕਾਂ ਦਾ ਜਿਹੜਾ ਲੋਕਾਂ ਤੇ ਯਕੀਨ ਕੀਤਾ ਉਹਨਾਂ ਨੇ ਮੋਰਚੇ ਤੇ ਕੀਤਾ। ਆਹ ਜਿਹੜਾ SSM ਬਣਿਆ ਇਹ ਤਾਂ ਭੁਲੇਖਾ ਹੈਗਾ, ਇਹਨੂੰ ਐ ਸੀਗਾ ਵੀ ਜਿੰਨਾ ਲੋਕਾਂ ਨੇ SKM ਤੇ ਸਾਡੇ ਤੇ ਭਰੋਸਾ ਕੀਤਾ, ਉਨੇ ਸਾਡੇ ਤੇ ਇਹਦੇ ਤੇ SSM ਤੇ ਭਰੋਸਾ ਕਰਕੇ ਸਾਨੂੰ ਉਵੇਂ ਧੜਾ ਵੋਟਾਂ ਪਾ ਦੇਣਗੇ। ਉਹਨਾਂ ਦਾ ਭਰਮ ਤੋੜਤਾ ਵੀ ਅਸੀਂ ਉਹ ਚੀਜ਼ ਹੋਰ ਹੈ। ਤੇ ਪਰ SKM ਦੀ ਜਿਹੜੀ ਅਥਾਰਟੀ ਹੈ ਉਹ ਉਵੇਂ ਦੀ ਜਿਉਂ ਦੀ ਤਿਉਂ ਹੈ, ਉਹਦੇ 'ਚ ਕੋਈ ਫਰਕ ਨਹੀਂ ਪਿਆ। ਫੂਲ ਸਾਹਿਬ, ਪ੍ਰਧਾਨ ਮੰਤਰੀ ਆਏ ਸੀ ਪੰਜਾਬ, ਪਰ ਰੈਲੀ ਨਹੀਂ ਹੋ ਸਕੀ, ਤੁਹਾਡੀ ਜਥੇਬੰਦੀ ਨੇ ਵਿਰੋਧ ਕੀਤਾ, ਪਰ ਕੁਝ ਲੋਕਾਂ ਦਾ ਮੰਨਣਾ ਕਿ ਪੰਜਾਬ ਦਾ ਨੁਕਸਾਨ ਹੋਇਆ, ਕੁਝ ਕਰੋੜ ਰੁਪਇਆ ਮਿਲਣਾ ਸੀ ਪੰਜਾਬ ਨੂੰ, ਕਈ ਕਰੋੜ ਰੁਪਇਆ, ਕੁਝ ਪੈਕੇਜ ਐਲਾਨੇ ਜਾਣੇ ਸੀ, ਕਿਸਾਨਾਂ ਦਾ ਵੀ ਕਰਜ਼ਾ ਮਾਫ ਹੋ ਸਕਦਾ ਸੀ, ਬੰਦੀ ਸਿੰਘਾਂ ਦੀ ਰਿਹਾਈ ਹੋ ਸਕਦੀ ਸੀ, ਪਰ ਨਹੀਂ ਹੋ ਸਕੀ, ਰੈਲੀ ਰੱਦ ਹੋ ਗਈ, ਕੁਝ ਦਾ ਮੀਂਹ ਦੇ ਕਰਕੇ ਵੀ ਹੋਇਆ। ਪਰ ਉਹ ਕਹਿੰਦੇ ਵੀ ਜਿਹੜੇ ਬੰਦੇ ਨੇ ਵਿਰੋਧ ਕੀਤਾ ਉਹਨਾਂ ਨੇ ਪੰਜਾਬ ਦਾ ਨੁਕਸਾਨ ਕਰਤਾ, ਚਰਚਾ ਇਹੀ ਹੈ। ਦੇਖੋ ਜੀ, ਇਹ ਅਸਲ ਵਿੱਚ ਜਿਹੜਾ ਇੱਕ ਹੈਗਾ ਨਾ ਪ੍ਰਚਾਰ ਹੈ, ਇੱਕ ਜਿਹੜੀਆਂ ਕਿ ਮੋਦੀ ਪੱਖੀ ਤਾਕਤਾਂ ਹੈਗੀਆਂ ਨੇ, ਜਿਹਦੇ 'ਚ BJP ਹੈ, ਉਹ ਕਰ ਰਹੇ ਨੇ ਪ੍ਰਚਾਰ ਵੀ ਇਹ ਜਿਹੜਾ ਵਿਰੋਧ ਕੀਤਾ, ਰੋਸ ਕੀਤਾ, ਅਸੀਂ ਰੋਸ ਵਜੋਂ ਵਿਰੋਧ ਕੀਤਾ ਵੀ ਸਾਡੇ ਬੰਦੇ ਲਖੀਮਪੁਰ ਦੇ ਵਿੱਚ ਕਿਉਂ ਚੱਕੇ ਜਾ ਰਹੇ ਨੇ। ਸਭ ਤੋਂ ਵੱਧ ਗੁੱਸਾ ਪੰਜਾਬ ਦੇ ਲੋਕਾਂ ਨੂੰ ਉਹਦੇ ਤੇ ਸੀ। ਦੂਜੀ ਗੱਲ ਸੀ ਕਿ ਸਾਡੇ ਨਾਲ ਵਾਅਦਾ ਖਿਲਾਫੀ, ਵਾਅਦਾ ਕਰਦੇ ਹੀ ਨਾ ਸਾਡੇ ਨਾਲ 9 ਦਸੰਬਰ ਨੂੰ, ਵਾਅਦਾ ਖਿਲਾਫੀ ਕਿਉਂ ਕੀਤੀ ਜਾ ਰਹੀ, ਇਹਦੇ ਵਜੋਂ ਪ੍ਰੋਟੈਸਟ ਕੀਤਾ ਉਹਨਾਂ ਨੇ। ਇਹ ਇਕੱਲੇ BJP ਇਹਦਾ ਪ੍ਰਚਾਰ ਕਰ ਰਹੀ ਹੈ ਵੀ ਇਹਨਾਂ ਨੇ ਪ੍ਰੋਟੈਸਟ ਕਰਕੇ ਵਿਰੋਧ ਕਰਤਾ। ਪਰ ਜਿਹੜੀ ਇਹ ਸਮਝ ਲਓ ਵੀ ਇਹ ਤੁਸੀਂ ਵੇਖ ਲਓ ਵੀ ਉਹਨਾਂ ਨੇ ਜਦੋਂ ਵੀ ਕੋਈ ਪ੍ਰੋਜੈਕਟ ਪਾਸ ਹੁੰਦਾ ਹੈ, ਕੋਈ ਕਿਸੇ ਨੂੰ ਉੱਥੇ ਕੋਈ ਸਹਾਇਤਾ ਦਿੱਤੀ ਜਾਂਦੀ ਹੈ, ਰਾਹ ਦਿੱਤੀ ਜਾਂਦੀ ਹੈ, ਉਹ ਐ ਨਹੀਂ ਵੀ ਉਦੋਂ ਪਹਿਲਾਂ ਹੋਏ ਨਹੀਂ ਹੁੰਦਾ, ਤੇ ਸਿਰਫ ਜਦੋਂ ਨੀਂਹ ਪੱਥਰ ਰੱਖਿਆ ਉਦੋਂ ਹੀ ਹੋਊਗਾ। ਉਹ ਤਾਂ ਪਹਿਲਾਂ ਸਾਰਾ ਕੁਝ ਪ੍ਰਕਿਰਿਆ ਪੂਰੀ ਹੋ ਚੁੱਕੀ ਹੁੰਦੀ ਹੈ, ਅਪਰੂਵਲ ਮਿਲ ਚੁੱਕੀ ਹੁੰਦੀ ਹੈ। ਸੋ ਇਸ ਕਰਕੇ ਹੁਣ ਇਹ BJP ਵਾਲੇ ਐਂ ਕਹਿਣ ਬਈ ਭਾਈ ਅਪਰੂਵਲ ਹੋ ਗਈ ਸੀਗੀ ਸਾਰੀਆਂ ਚੀਜ਼ਾਂ ਦੀ, ਮਹਿਕਮਿਆਂ ਦੇ ਵਿੱਚ ਸਾਈਨ ਹੋ ਗਏ ਸੀਗੇ, ਪਰ ਹੁਣ ਅਸੀਂ ਇਹਨਾਂ ਨੇ ਸਾਡੀ ਰੈਲੀ ਨਹੀਂ ਹੋਣ ਦਿੱਤੀ, ਹੁਣ ਅਸੀਂ ਉਹ ਕੈਂਸਲ ਕਰਵਾਵਾਂਗੇ ਅਪਰੂਵਲ, ਫਿਰ ਦੇ ਦੇਣ ਬਿਆਨ, ਪਤਾ ਲੱਗ ਜੂਗਾ ਇਹ। ਪਰ ਇਸ ਕਰਕੇ ਵੀ ਅਪਰੂਵਲ ਹਜੇ ਤੱਕ ਕੋਈ ਕੈਂਸਲ ਨਹੀਂ ਕੀਤੀ, ਉਹ ਸਾਰੇ ਪ੍ਰੋਜੈਕਟ ਉਵੇਂ ਅਪਰੂਵ ਹੋਏ, ਅਪਰੂਵ ਹੋਏ ਪਏ ਨੇ, ਫਾਈਲਾਂ 'ਚ ਉਹ ਬਿਲਕੁਲ ਪਾਸ ਹੋਏ ਪਏ ਨੇ ਜੀ। ਇਹਨਾਂ ਨੇ ਨਾ ਇਹ ਕਿਹਾ ਵੀ ਅਸੀਂ ਜਿਹੜੇ ਪਾਸ ਹੋਏ ਆ ਉਹਨੂੰ ਦੁਬਾਰੇ ਰੱਦ ਕਰਾਂਗੇ, ਠੀਕ ਹੈ। ਇਸ ਕਰਕੇ ਜਿਹੜੇ ਪਾਸ ਹੋਏ ਪਏ ਆ ਉਹ ਦੇਣੀ ਚਾਹੀਦੀ ਆ ਉਹਨਾਂ ਨੂੰ, ਕੋਈ ਉਹਦੇ 'ਚ ਫਰਕ ਨਹੀਂ ਪਊਗਾ ਉਹਦੇ ਵਿੱਚ। ਪ੍ਰਧਾਨ ਮੰਤਰੀ ਸੁਰੱਖਿਆ ਦੇ ਵਿੱਚ ਕੋਈ ਕੁਤਾਹੀ ਹੋਈ ਹੈ ਤੁਹਾਨੂੰ ਲੱਗਦਾ? ਸਾਡੇ ਹਿਸਾਬ ਨਾਲ ਜੀ ਕੋਈ ਕੁਤਾਹੀ ਨਹੀਂ ਹੋਈ 1% ਵੀ। ਉਹਦਾ ਸਭ ਤੋਂ ਵੱਡਾ ਸਬੂਤ ਹੈ ਵੀ ਉਹ ਬਾਈ ਰੋਡ 120 ਕਿਲੋਮੀਟਰ ਆਉਣ ਦਾ ਤੇ 240 ਕਿਲੋਮੀਟਰ ਬਾਈ ਰੋਡ ਆਇਆ। ਸਾਰੇ ਰਸਤੇ ਦੇ ਵਿੱਚ ਇੱਕ ਵੀ ਕੋਈ ਅਣਸਖਾਮੀ ਘਟਨਾ ਦੱਸ ਦੇਣ ਵੀ ਸਾਡੇ ਤੇ ਕੋਈ
ਉੱਥੇ ਕਿਸੇ ਨੇ ਪਥਰਾਅ ਕੀਤਾ ਜਾਂ ਸਾਡੇ ਤੇ ਕੋਈ ਕਾਲਾ ਝੰਡਾ ਦਿਖਾਇਆ ਜਾਂ ਸਾਡੇ ਨਾਲ ਕੋਈ ਨਾਅਰਾ ਲਾਇਆ, ਕੋਲੇ ਹੀ ਨਹੀਂ ਆਏ ਉਹਦੇ ਤੋਂ। ਜਿੱਥੋਂ ਮੁੜਨਾ ਵੀ ਪਿਆ ਉੱਥੇ ਸਾਡਾ ਮੂਹਰੇ ਜਿਹੜਾ ਰੋਡ ਜਾਮ ਸਾਡੇ ਜਥੇਬੰਦੀ ਵੱਲੋਂ, ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਜਿਹੜੇ ਆਗੂਆਂ ਵਰਕਰਾਂ ਵੱਲੋਂ ਕੀਤਾ ਹੋਇਆ ਸੀਗਾ। ਤੇ ਉਹਨਾਂ ਨੇ ਵੀ ਕੋਈ ਰੋਡ ਜਾਮ ਕੋਈ ਪ੍ਰਧਾਨ ਮੰਤਰੀ ਨੂੰ ਰੋਕਣ ਦੀ ਖਾਤਰ ਨਹੀਂ ਕੀਤਾ ਸੀਗਾ। ਉਹ ਤਾਂ ਗਾਹਾਂ ਡੀਸੀ ਤੇ ਜਾਣਾ ਚਾਹੁੰਦੇ ਸੀ, ਉਹਨਾਂ ਨੂੰ ਰਾਹ 'ਚ ਪੁਲਿਸ ਨੇ ਰੋਕਤਾ, ਉਹਨਾਂ ਨੂੰ ਜਾਮ ਲਾਉਣਾ ਪੈ ਗਿਆ। ਫਿਰ ਅਸੀਂ ਬੀਜੇਪੀ ਵਾਲਿਆਂ ਨੂੰ ਵੀ ਨਹੀਂ ਜਾਣ ਦਿੰਦੇ। ਤੇ ਉਸ ਦੇ ਜਾਮ ਦੇ ਵਿੱਚ ਹੀ ਉਸੇ ਰੋਡ ਤੋਂ ਹੀ ਪ੍ਰਧਾਨ ਮੰਤਰੀ ਨੇ ਆਪਣਾ ਮੌਕੇ ਤੇ ਬਾਈ ਰੂਟ ਬਦਲ ਕੇ, ਬਾਈ ਏਆਰ ਵਾਲਾ ਪ੍ਰੋਗਰਾਮ ਬਦਲ ਕੇ ਬਾਈ ਰੋਡ ਕਰਕੇ ਉਸੇ ਰੋਡ ਤੇ ਜਿੱਥੇ ਸਾਡਾ ਜਾਮ ਲੱਗਿਆ ਹੋਇਆ ਸੀਗਾ ਉਸੇ ਤੇ ਪ੍ਰਧਾਨ ਮੰਤਰੀ ਦਾ ਕਾਫਲਾ ਆ ਕੇ ਫਸ ਗਿਆ। ਸਾਨੂੰ ਤਾਂ ਜਦੋਂ ਸਾਡੇ ਬੰਦਿਆਂ ਨੂੰ ਤਾਂ ਜਦੋਂ ਵਾਪਸ ਮੁੜ ਗਿਆ ਉਦੋਂ ਸਾਨੂੰ ਸ਼ਾਮ ਨੂੰ 3 ਵਜੇ ਪਤਾ ਲੱਗਦਾ ਵੀ ਯਾਰ ਇੱਥੋਂ ਸੱਚੋਂ ਇੱਥੋਂ ਮੁੜ ਕੇ ਗਿਆ। ਸਾਡਾ ਕੋਈ ਸਾਨੂੰ ਪਤਾ ਨਹੀਂ ਸੀ ਵੀ ਇੱਥੇ ਰੁਕਿਆ ਖੜਾ ਉਹ, ਕਿਉਂਕਿ ਸਾਡਾ ਧਰਨਾ ਤੇ ਉਹ ਜਿੱਥੇ ਮੁੜ ਕੇ ਗਿਆ ਪੁਲ ਤੋਂ ਘੱਟੋ ਘੱਟ ਕਿਲੋਮੀਟਰ ਦਾ ਦੂਰੀ ਹੋਊਗੀ ਉਹ, ਤੇ ਸੰਨ 'ਚ ਬੱਸਾਂ ਸੀਗੀਆਂ ਜਿਹੜੀਆਂ ਬੀਜੇਪੀ ਵਾਲੀਆਂ, ਇਸ ਕਰਕੇ ਕੁਛ ਨਹੀਂ ਦਿਸ ਰਿਹਾ ਸੀ ਉੱਥੇ। ਸੋ ਇਸ ਕਰਕੇ ਉਹ ਜਿਹੜਾ ਕੁਤਾਹੀ ਕਹਿੰਦੇ ਆ ਵੀ ਸੁਰੱਖਿਆ 'ਚ, ਜਾਂ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਵੀ ਮਸਾਂ ਬਚ ਕੇ ਆਇਆ ਤਾਂ ਮਸਾਂ ਬਚ ਕੇ ਬਠਿੰਡੇ ਪਹੁੰਚਿਆ, ਉਹ ਸਿਰਫ ਸਾਡੇ ਹਿਸਾਬ ਨਾਲ ਵੀ ਜਿਹੜੀ ਉਹਨਾਂ ਦੀ ਫਲੋਪ ਹੋ ਗਈ ਰੈਲੀ। ਪਤਾ ਲੱਗ ਗਿਆ ਵੀ ਖਾਲੀ ਕੁਰਸੀਆਂ ਪਈਆਂ, ਉਹਨੂੰ ਕਵਰ ਕਰਨ ਦੀ ਖਾਤਰ ਹੈ ਵੀ ਨਾ ਤਾਂ ਉਹ ਕਵਰ ਹੋ ਜਾਊਗਾ ਵੀ ਉਹਨਾਂ ਤਾਂ ਰੈਲੀ 'ਚ ਜਾਣਾ ਸੀਗਾ, ਕਿਉਂਕਿ ਉਹ ਰੈਲੀ 'ਚ ਲੈ ਜਾਂਦਾ ਕੀ ਉੱਥੇ ਉਹਦੀ ਬੇਇੱਜ਼ਤੀ ਨਾ ਹੁੰਦੀ ਜੇ ਰੈਲੀ 'ਚ ਜਾਂਦਾ ਉਹ ਖਾਲੀ ਕੁਰਸੀਆਂ ਨੂੰ ਸੰਬੋਧਨ ਕਰਦਾ ਪ੍ਰਧਾਨ ਮੰਤਰੀ। ਸੋ ਨਾ ਤਾਂ ਉਹਨਾਂ ਨੂੰ ਬਿਆਨ ਦੇ ਕੇ ਆਪਦੀ ਬੇਇੱਜ਼ਤੀ ਬਚਾ ਲਈ, ਨਾਲੇ ਇੱਕ ਤਰ੍ਹਾਂ ਦੀ ਉਹਨੂੰ ਸਿੰਪਥੀ ਵੀ ਜਿਹੜੇ ਹੈਗੇ ਦੂਜੇ। ਤੁਸੀਂ ਮੰਨਦੇ ਵੀ ਕਿਸਾਨਾਂ ਨੇ ਇੱਜ਼ਤ ਰੱਖਦੀ ਬੀਜੇਪੀ ਦੀ? ਹਾਂ, ਕਹਿਣ ਦਾ ਭਾਵ ਜਿਹੜਾ ਉਹਨਾਂ ਨੂੰ ਬਹਾਨਾ ਮਿਲ ਗਿਆ ਜਾਂ ਮਾਰਚ ਨੇ ਰੱਖਤੀ, ਉਹਨਾਂ ਦੀ ਜਾਣਾ ਨਾ ਪਿਆ। ਅਸਲ ਵਿੱਚ ਉਹਨਾਂ ਨੇ ਉਦੋਂ ਬਾਅਦ ਜਿਵੇਂ ਇਹਨਾਂ ਦਾ ਆਮ ਹੀ ਹੈਗਾ ਵੀ ਈਵੈਂਟ ਨੂੰ ਹਰੇਕ ਕੋਈ ਈਵੈਂਟ ਬਣਾ ਦਿਓ, ਉਹਨੂੰ ਈਵੈਂਟ ਬਣਾ ਕੇ ਉਹਦਾ ਸਿਆਸੀ ਲਾਹਾ ਲਓ, ਹਰੇਕ ਵਿਪਤਾ ਦਾ ਇੱਕ ਲਾਹਾ ਲਓ। ਇਹਨਾਂ ਨੇ ਲਾਹਾ ਲੈਣ ਦੇ ਯਤਨ ਕੀਤਾ ਵੀ ਦੂਜੇ ਸੂਬਿਆਂ 'ਚ ਹਮਦਰਦੀ ਬਟੋਰ ਕੇ ਉਹਨਾਂ ਨੂੰ ਹਮਦਰਦੀ ਨੂੰ ਵੋਟਾਂ 'ਚ ਕੈਸ਼ ਕਰਾਂਗੇ, ਪਰ ਮੈਨੂੰ ਲੱਗਦਾ ਬਟੋਰ ਨਹੀਂ ਸਕੇ ਉਹ। ਲਾਸਟ ਸਵਾਲ ਇਹ ਹੈ ਕਿ ਕਿਸਾਨਾਂ ਤੇ ਕੋਈ ਪਰਚੇ ਵੀ ਹੋਏ ਨੇ, ਤੁਹਾਡੇ ਵੀ ਕੋਈ ਕਿਸਾਨ ਸ਼ਾਮਲ ਉਹਦੇ ਵਿੱਚ? ਸਾਡੇ ਜਿਨ੍ਹਾਂ ਨੇ ਜੀ ਉਹ ਰੋਕਿਆ ਸੀਗਾ ਰਸਤਾ ਪ੍ਰਧਾਨ ਮੰਤਰੀ, ਉਹ ਸੜਕ ਵਾਲਾ ਜਿਹਦੇ ਕਰਕੇ ਪ੍ਰਧਾਨ ਮੰਤਰੀ ਨੂੰ ਸਾਡੇ ਰਸਤਾ ਰੋਕਣ ਕਰਕੇ ਵਾਪਸ ਮੁੜਨਾ ਪਿਆ, ਉਹ ਥਾਣਾ ਕੁਲਗੜ੍ਹੀ ਜ਼ਿਲ੍ਹਾ ਫਿਰੋਜ਼ਪੁਰ ਦਾ ਥਾਣਾ, ਉਹਦੇ ਵਿੱਚ 150 ਤੇ ਉੱਪਰ ਲਗਭਗ ਬਾਈ ਨੇਮ ਵੀ ਹੋਇਆ ਕਿਸੇ ਤੇ? ਨਹੀਂ, ਬਾਈ ਨੇਮ ਕਿਸੇ ਤੇ ਨਹੀਂ ਕੀਤਾ। 150 ਕਿਸਾਨਾਂ ਤੇ ਐ ਵੀ ਜਿਹੜਾ ਰਸਤਾ ਰੋਕਣ ਵਾਲੇ ਕਿਸਾਨਾਂ ਤੇ ਪਰਚਾ ਦਰਜ ਕੀਤਾ। ਉਹਦੇ ਵਿੱਚ ਰਸਤਾ ਰੋਕਣ ਵਾਲੇ ਸਾਡੀ ਜਥੇਬੰਦੀ ਦੇ ਬੰਦੇ ਸੀਗੇ, ਤੇ ਉਦੋਂ ਅੱਗੇ ਤਾਂ ਉਹਨਾਂ ਨੇ ਜਿਹੜੀ ਕੇਂਦਰ ਸਰਕਾਰ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਜਾਂ ਗ੍ਰਹਿ ਵਿਭਾਗ ਨੇ ਇੱਥੋਂ ਤੱਕ ਵੀ ਕਿਹਾ ਵੀ ਇਹ ਜਿਹੜਾ ਪਰਚਾ ਦਰਜ ਕੀਤਾ ਇਹ ਬਹੁਤ ਛੋਟਾ ਹੈ, ਇਹਨਾਂ ਤੇ ਵੱਡਾ ਪਰਚਾ ਸਖਤ ਕਾਨੂੰਨ ਕੋਈ UAPA ਤਹਿਤ ਲਾ ਕੇ ਇਹਨਾਂ ਤੋਂ ਸਖਤ ਸਜ਼ਾ ਦੇਣ ਵਾਲਾ ਪਰਚਾ ਦਰਜ ਕਰਨਾ ਚਾਹੀਦਾ ਸੀਗਾ। ਤੇ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਬੰਦੇ ਨੇ ਰਿਟ ਪਾਈ ਆ ਮਨਿੰਦਰ ਸਿੰਘ ਨੇ ਸੁਰੱਖਿਆ 'ਚ ਕੁਤਾਹੀ ਵਾਲੀ ਗੱਲ ਨੂੰ ਲੈ ਕੇ, ਉਹਨਾਂ ਨੇ ਵੀ ਕਿਹਾ ਵੀ ਇਹ ਜਿਹੜਾ ਇਹਨਾਂ ਤੇ ਪਰਚਾ ਦਰਜ ਕੀਤਾ ਥਾਣੇ ਕੋਲ ਕਲਗੜੀ 'ਚ, ਉਹਦੀਆਂ ਧਾਰਾਵਾਂ ਵਧਾਉਣੀਆਂ ਚਾਹੀਦੀਆਂ ਨੇ। ਜੇਕਰ ਸਰਕਾਰ ਧਾਰਾਵਾਂ ਵਧਾਉਂਦੀ ਆ ਕਾਰਵਾਈ ਭੁਗਤਣ ਨੂੰ ਤਿਆਰ ਹੋ ਫਿਰ? ਦੇਖੋ ਜੀ ਸੁਪਰੀਮ ਕੋਰਟ ਨੇ ਜਦੋਂ ਇਹਨਾਂ ਦੇ ਉਸ ਮਨਿੰਦਰ ਸਿੰਘ ਨੇ ਕਿਹਾ ਵੀ UAPA ਲਾਓ ਉਹਨਾਂ ਤੇ ਰਸਤਾ ਰੋਕਣ ਵਾਲਿਆਂ ਤੇ, ਤਾਂ ਜੱਜ ਨੇ ਜਿਹੜੇ ਮੌਕੇ ਦੇ ਸੀਗੇ ਉਹਨਾਂ ਨੇ ਕਹਿਤਾ ਵੀ ਤੁਸੀਂ ਮਸਲੇ ਨੂੰ ਇਹ ਮੰਗ ਕਰਕੇ ਪਚੀਦਾ ਨਾ ਬਣਾਓ, ਇਹ ਜ਼ਿਆਦਾ ਵਿਵਾਦ ਖੜਾ ਹੋਊਗਾ, ਪਚੀਦਾ ਬਣੂਗਾ। ਤੁਸੀਂ ਇਨਕੁਆਇਰੀ ਕਮੇਟੀ ਬਣਾਤੀ ਸੁਪਰੀਮ ਕੋਰਟ ਨੇ ਆਪਦੀ ਨਿਗਰਾਨੀ 'ਚ, ਸਾਬਕਾ ਜੱਜ ਦੀ ਇੰਦੂ ਮਲਹੋਤਰਾ ਸਾਬਕਾ ਜੱਜ ਉਹਦੀ ਅਗਵਾਈ 'ਚ ਬਣ ਗਏ। ਉਹ ਕਹਿੰਦੇ ਵੀ ਰਿਪੋਰਟ ਆ ਜਾਣ ਤੇ ਰਿਪੋਰਟ ਤੋਂ ਬਾਅਦ ਕਾਰਵਾਈ, ਜੇ ਕੋਈ ਦੋਸ਼ੀ ਹੋਏ ਤਾਂ ਕਾਰਵਾਈ ਹੋ ਜੂਗੀ। ਤੁਸੀਂ ਪਹਿਲੇ ਹੀ ਮੰਗ ਕਰਦੇ ਹੋ ਪਰਚਾ ਦਰਜ ਕਰਨ ਦਾ, ਇਹਦੇ ਨਾਲ ਮਾਮਲਾ ਵਿਗੜੂਗਾ, ਮਾਮਲਾ ਪਚੀਦਾ ਹੋਊਗਾ। ਉਹਨੇ ਰੋਕ ਲਾਤੀ, ਇਸ ਕਰਕੇ ਇੱਕ ਵਾਰੀ ਤਾਂ ਸਾਨੂੰ ਲੱਗਦਾ ਵੀ ਉਹਨੇ ਰੋਕ ਲਾਤੀ ਸੁਪਰੀਮ ਕੋਰਟ ਨੇ। ਕੱਲ੍ਹ ਨੂੰ ਕੀ ਬਣਦਾ ਜੇ ਮੰਨ ਲਓ ਵੀ ਉਹ ਸੁਪਰੀਮ ਕੋਰਟ ਦੀ ਰਿਪੋਰਟ 'ਚ ਵੀ ਆ ਜਾਂਦਾ ਵੀ ਪਰਚਾ ਦਰਜ ਕਰੋ, ਅਸੀਂ ਫਿਰ ਉਹਦਾ ਸਹਿਣ ਨਹੀਂ ਕਰਾਂਗੇ, ਅਸੀਂ ਉਹਦਾ ਵਿਰੋਧ ਕਰਾਂਗੇ ਤੇ ਜਨਤਾ ਨੂੰ ਵੀ ਕਹਾਂਗੇ ਵੀ ਸਾਡਾ ਸਾਥ ਦੇਣ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ, ਤੁਹਾਡੇ ਚੈਨਲ ਦਾ ਵੀ ਧੰਨਵਾਦ ਜਿਨ੍ਹਾਂ ਦੇ ਮਾਧਿਅਮ ਰਾਹੀਂ ਸਾਡੀ ਗੱਲਬਾਤ ਜਿਹੜੀ ਸਾਰੀ ਦੇਸ਼ ਦੁਨੀਆ ਤੱਕ ਪਹੁੰਚੀ ਹੈ ਜੀ। ਇਹ ਸਨ BKU ਕ੍ਰਾਂਤੀਕਾਰੀ ਦੇ ਪੰਜਾਬ ਪ੍ਰਧਾਨ ਨੇ ਸਰਜੀਤ ਸਿੰਘ ਫੂਲ, ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਲੀਡਰ ਨੇ, ਜਿਨ੍ਹਾਂ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਆ। ਬੀਤੀ ਕੱਲ ਸੰਯੁਕਤ ਕਿਸਾਨ ਮੋਰਚੇ ਦੀ ਵੱਡੀ ਮੀਟਿੰਗ ਹੋਈ ਆ। ਸੰਯੁਕਤ ਸਮਾਜ ਮੋਰਚੇ ਦੇ ਕਿਸਾਨ ਆਗੂਆਂ ਤੇ ਵੱਡੀ ਕਾਰਵਾਈ ਕੀਤੀ ਗਈ ਆ, ਜਿਸ ਵਿੱਚ ਬਲਵੀਰ ਸਿੰਘ ਰਾਜੇਵਾਲ, ਹਰਮੀਤ ਸਿੰਘ ਕਾਦੀਆਂ ਤੇ ਕੁਲਵੰਤ ਸੰਧੂ ਤੇ ਹੋਰ ਕਈ ਕਿਸਾਨ ਲੀਡਰ ਨੇ, ਜਿਨ੍ਹਾਂ ਨੂੰ ਹੁਣ 4 ਮਹੀਨੇ ਦੇ ਲਈ ਮੋਰਚੇ ਤੋਂ ਵੱਖ ਕਰ ਦਿੱਤਾ ਗਿਆ। ਉਹ ਕਿਸਾਨ ਜਥੇਬੰਦੀਆਂ ਜੋ ਚੋਣ ਮੈਦਾਨ ਦੇ ਵਿੱਚ ਨੇ, ਉਹ ਸੰਯੁਕਤ ਕਿਸਾਨ ਮੋਰਚੇ ਦਾ 4 ਮਹੀਨੇ ਦੇ ਲਈ ਹਿੱਸਾ ਨਹੀਂ ਹੋਣਗੀਆਂ। ਨਾ ਹੀ ਇਹਨਾਂ ਦੇ ਨਾਲ ਕੋਈ ਸਬੰਧ ਹੋਵੇਗਾ, ਨਾ ਹੀ ਮੀਟਿੰਗ ਦੇ ਵਿੱਚ ਉਹ ਸ਼ਾਮਲ ਹੋਣਗੀਆਂ, ਨਾ ਹੀ ਸਰਕਾਰ ਵਾਲੀ ਮੀਟਿੰਗ 'ਚ, ਨਾ ਸੰਯੁਕਤ ਕਿਸਾਨ ਮੋਰਚੇ ਵਾਲੀ ਮੀਟਿੰਗ 'ਚ, ਨਾ ਹੀ ਕੋਈ ਸਟੇਜ ਨੂੰ ਜਿਹੜਾ ਉਹ ਸਾਂਝਾ ਕਰਨਗੀਆਂ। ਲਗਾਤਾਰ ਤੁਸੀਂ D5 ਚੈਨਲ ਪੰਜਾਬੀ ਦੇ ਨਾਲ ਬਣੇ ਰਹੋ। ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਕੁਲਦੀਪ ਸਿੰਘ ਭੋੜੇ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com ਕਾਨੂੰਨ ਜਾਇਦਾਦ ਦਾ।